ਸਾਹਿਬ ਜੀਓ। ਵਾਹਿਗੁਰੂ ਜੀ, ਵਾਹਿਗੁਰੂ ਸਾਹਿਬ ਜੀ। ਸੇਕ ਹਯਾਤੀ ਜਗ ਨਾ ਕੋਈ ਥਿਰ ਰਹਿਆ, जिस आसन हम बैठे केते वैस गया। राणा रौना को रहै, रंग ना तुंग फकीर। बारी आपो अपनी, कोई ना बंदे तीर। वाहिगुरु जी, वाहिगुरु साहिब जीओ। वाहिगुरु जी, जल की पीत पवन का थंबा, रक्त बूंद का गारा, हाड़ मास। ये गुरु साहब जी दे पावन पवित्र गुरु के दरबार दियां हाजरियां आओ रल मिल करके भरीए। जीवन समय दे बाबत कुछ क विचारां आप संगतां नाल साझीआं करिए। भगत रविदास जी समझाउण दा यतन करते हैं। जल की पीत पवन का थंबा, रक्त बूंद का गारा, हाड़ मास नाडी को पिंजर पंखी वसे विचारा। प्राणी क्या मेरा क्या तेरा, जैसे तरवर पंख वसेरा। राखो कंध उसारो नीवा, 3.5 हाथ तेरी सीवा। बंके बाल बाग सिर ढेडी, इहो तन होए गो भस्म की ढेडी। उच्चे मंदिर सुंदर नारी, राम नाम बिन बाजी। परमेश्वर दे राम दे नाम तो बिना ये जीव बाजी हार के चलिया जांदा। गुरु साहब जी पंजवें पातशाह महाराज भी इस जीवन के प्रथाए बहुत सारे बचन समझाने का यतन करते हैं। क्योंकि संसार विच जदों आउण तो पहला मालिक जी नाल जीव दे वहदे होए, संसार विच भेजण तो पहला मालिक जी दे नाल ये आत्मा दे वहदे होए कुछ उस वहदियां दे द्वारा मालिक जी ने फिर इस जीवन को जन्म दिता। मेरे मालिक जी ਨੂੰ ਅੱਜ ਅਸੀਂ ਜਨਮ ਲੈਣ ਤੋਂ ਉਪਰੰਤ ਵਿਸਾਰ ਦਿੱਤਾ। ਉਸ ਮਾਲਕ ਨੂੰ ਵਿਸਾਰ ਕੇ ਨਾਮ ਵਿਸਾਰ ਲਗੇ ਅਨ ਲਾਲਚ ਬਿਰਥਾ ਜਨਮ ਪ੍ਰਾਣੀ। ਇਹ ਬਿਰਥਾ ਜੀਵਨ ਸਮਾਂ ਲੰਘਾਈ ਜਾ ਰਹੇ ਹਾਂ। ਤਾਂ ਤੇ ਮੇਰੇ ਮਾਲਕ ਜੀ ਕਹਿੰਦੇ ਔਦ ਕਟੈ ਦਿਨ ਸੋ ਰਹਿਣਾ ਰੇ, ਮਨ ਗੁਰ ਮਿਲ ਕਾਜ ਸਵਾਰੇ। ਗੁਰੂ ਨਾਲ ਰਲ ਕੇ ਗੁਰੂ ਨਾਲ ਮਿਲ ਕੇ ਆਪਣੇ ਕਾਰਜ ਭਾਵੇਂ ਪੜ੍ਹਦੇ ਹੁੰਨੇ ਆ ਹਰ ਵਕਤ ਹਰ ਥਾਂ ਤੇ ਜਿੱਥੇ ਵੀ ਜਾਈਂਦਾ।
ਤਾਣ ਦੀਵਾਨ ਤੂੰ ਹੈ ਮੇਰੇ ਸੁਆਮੀ, ਮੈਂ ਤੁਧ ਆਗੈ ਅਰਦਾਸ। ਮੈਂ ਹੋਰ ਥੋ ਨਾਹੀ ਜਿਸ ਪੈ ਕਰੋ ਬੇਨੰਤੀ, ਮੇਰਾ ਦੁੱਖ ਸੁਖ ਤੁਝ ਹੀ ਪਾਸ। ਦੁੱਖਾਂ ਵਿੱਚ ਵੀ ਤੇ ਸੁੱਖਾਂ ਵਿੱਚ ਵੀ ਮਾਲਕ ਨੂੰ ਯਾਦ ਕਰਦੇ ਹਾਂ। ਤੇ ਗੁਰੂ ਸਾਹਿਬ ਜੀ ਕਹਿੰਦੇ ਆ ਭਾਈ, ਇਹ ਜੀਵ ਆਪਣੇ ਕਰਮਾਂ ਅਨੁਸਾਰ ਆਪਣੀ ਜ਼ਿੰਦਗੀ ਨੂੰ ਲੰਘਾਈ ਜਾਂਦਾ ਹੈ। ਕਈ ਜਨਮ ਭਏ ਕੀਟ ਪਤੰਗਾ, ਤੂੰ ਕਈ ਜਨਮ ਵਿੱਚ ਕੀੜੇ ਪਤੰਗੇ ਬਣਦਾ ਰਿਹਾ। ਅਨੇਕਾਂ ਪੈਦਾਸ਼ਾਂ ਵਿੱਚ ਤੂੰ ਕੀੜਾ ਪਰਵਾਨਾ ਹੋਇਆ ਹੈ। ਮੇਰੇ ਮਾਲਕ ਜੀ, ਮੇਰੇ ਗੁਰੂ ਜੀ, ਕਈ ਜਨਮ ਗੱਜ ਮੀਨ ਕੁਰੰਗਾ। ਗੱਜ ਕਹਿੰਦੇ ਆ ਹਾਥੀ ਨੂੰ, ਮੀਨ ਕਹਿੰਦੇ ਆ ਮੱਛੀ ਨੂੰ, ਕੁਰੰਗਾ ਕਹਿੰਦੇ ਆ ਹਿਰਨ ਨੂੰ। ਕਈ ਜਨਮਾਂ ਵਿੱਚ ਹਾਥੀ, ਮੱਛ, ਹਿਰਨ ਬਣਦਾ ਰਿਹਾ। ਅਨੇਕਾਂ ਜਨਮਾਂ ਅੰਦਰ ਤੂੰ ਹਾਥੀ, ਮੱਛੀ ਅਤੇ ਹਿਰਨ ਵਿੱਚ ਬਣਿਆ ਹੈ। ਤੇ ਮੇਰੇ ਮਾਲਕ ਜੀ ਅਗਲੇ ਬਚਨ ਵਿੱਚ ਕਹਿੰਦੇ ਆ, ਕਈ ਜਨਮ ਪੰਖੀ ਸਰਪ ਹੋਇਓ। ਪੰਖੀ ਪੰਛੀ, ਸਰਪ ਕਹਿੰਦੇ ਆ ਸੱਪ। ਕਈ ਜਨਮਾਂ ਵਿੱਚ ਤੂੰ ਪੰਛੀ ਤੇ ਸੱਪ ਬਣਿਆ। ਤੇ ਮੇਰੇ ਮਾਲਕ ਜੀ ਕਹਿੰਦੇ, ਕਈ ਜਨਮ ਹੈਵਰ ਵਿਰਖ ਜੋਇਓ। ਹੈਵਰ ਦਾ ਭਾਵ ਹੈ ਵਧੀਆ ਘੋੜੇ, ਬਿਰਖ ਬਲਦ। ਜੋਇਓ ਦਾ ਭਾਵ ਹੈ ਜੋਇਆ ਗਿਆ, ਜੋੜਿਆ ਗਿਆ। ਬਲਦ ਬਣ ਗਿਆ ਫਿਰ ਜੋੜ ਲਿਆ ਗਿਆ। ਕਈ ਜਨਮਾਂ ਵਿੱਚ ਤੂੰ ਘੋੜੇ ਬਲਦ ਬਣ ਕੇ ਜੋੜਿਆ ਗਿਆ। ਮੇਰੇ ਮਾਲਕ ਜੀ ਕਹਿੰਦੇ, ਮਿਲ ਜਗਦੀਸ਼ ਮਿਲਨ ਕੀ ਵਰੀਆ। ਜਗਦੀਸ਼ ਜਗਤ ਦੇ ਮਾਲਕ ਪ੍ਰਭੂ ਨੂੰ, ਬਰੀਆ ਦਾ ਭਾਵ ਹੈ ਬਾਰੀ ਹੈ, ਸਮੇਂ। ਇਹ ਸਮਾਂ, ਇਹ ਸਮਾਂ ਅਸੀਂ ਕਿਵੇਂ ਲੰਘਾਈ ਜਾ ਰਹੇ ਹਾਂ। ਇਸ ਤਰ੍ਹਾਂ ਕਿਸੇ ਵਿਦਵਾਨ ਨੇ 4 ਲਾਈਨਾਂ ਵਿੱਚ ਇਹ ਸਾਡੀ ਜ਼ਿੰਦਗੀ ਨੂੰ ਵਰਣਨ ਕੀਤਾ ਹੈ ਕਿ ਕਹਿੰਦੇ, ਕੁਝ ਗੁਨਾਹੋਂ ਮੈਂ ਕੱਟ ਗਈ, ਕੁਝ ਰੋਤੇ ਕੱਟ ਗਈ, ਕੁਝ ਸੋਤੇ ਕੱਟ ਗਈ। ਕੁਝ ਕਿ ਜ਼ਿੰਦਗੀ ਅਸੀਂ ਰੋ ਕੇ ਲੰਘਾਤੀ, ਕੁਝ ਕਿ ਜ਼ਿੰਦਗੀ ਹੱਸ ਕੇ ਲੰਘਾਤੀ। ਕਈ ਥਾਵੇਂ ਅਸੀਂ ਵੇਖਦੇ ਹਾਂ ਵੀ ਰੋ ਕੇ ਜ਼ਿੰਦਗੀ ਲੰਘਾਉਂਦੇ ਆ। ਕਈ ਥਾਵਾਂ ਵੇਖਦੇ ਹਾਂ ਹੱਸ ਕੇ ਜ਼ਿੰਦਗੀ ਲੰਘਾ ਰਹੇ ਨੇ। ਕਈ ਵੇਖਦੇ ਹਾਂ ਸੁੱਤੇ ਹੀ ਰਹਿੰਦੇ ਆ, ਸੌਂ ਕੇ ਜ਼ਿੰਦਗੀ ਗੁਜ਼ਾਰ ਦਿੰਦੇ ਆ। ਤੇ ਮੇਰੇ ਮਾਲਕ ਜੀ ਕਹਿੰਦੇ, ਭਾਈ ਇਹ ਨਾ ਸੌਣਾ ਵਿੱਚ ਤੇਰੀ ਜ਼ਿੰਦਗੀ ਸਫਲ ਹੈ, ਨਾ ਤੇਰੀ ਜ਼ਿੰਦਗੀ ਹਾਸਿਆਂ ਵਿੱਚ ਸਫਲ ਹੈ, ਨਾ ਤੇਰੀ ਜ਼ਿੰਦਗੀ ਸੁੱਤਿਆਂ 'ਚ ਸਫਲ ਹੈ। ਮੇਰੇ ਮਾਲਕ ਜੀ ਕਹਿੰਦੇ, ਸਫਲ ਕਿਵੇਂ ਹੋਣੀ ਹੈ? ਗੁਰੂ ਸਾਹਿਬ ਜੀ ਦੇ ਔਦ ਘਟੈ ਦਿਨ ਸੋ ਰਹਿਣਾ ਰੇ, ਮਨ ਗੁਰ ਮਿਲ ਕਾਜ ਸਵਾਰੇ। ਇਹ ਜ਼ਿੰਦਗੀ ਵਿੱਚ ਔਦ ਉਮਰ ਦਾ ਨਾਮ ਹੈ। ਔਦ ਘਟੈ, ਔਦ ਜਿਹੜੀ ਉਮਰ ਘਟਦੀ ਜਾ ਰਹੀ ਹੈ। ਦਿਨ ਸੋ ਰਹਿਣਾ ਰੇ, ਦਿਨ ਔਰ ਰਾਤ ਵਿੱਚ ਦੀ ਇਹ ਜ਼ਿੰਦਗੀ ਲੰਘਦੀ ਜਾ ਰਹੀ ਹੈ। ਔਦ ਘਟੈ ਦਿਨ ਸੋ ਰਹਿਣਾ ਰੇ, ਮਨ ਗੁਰ ਮਿਲ ਕਾਜ ਸਵਾਰੇ। ਗੁਰੂ ਨੂੰ ਮਿਲ ਕੇ ਕਾਰਜ ਸਵਾਰਨਾ ਕਰ ਜਾਣਾ ਸਭ ਨੇ ਹੈ।
ਰਹਿਣ ਵਾਲਾ ਸੰਸਾਰ ਵਿੱਚ ਕੋਈ ਨਹੀਂ ਹੈ। ਸੰਸਾਰ ਵਿੱਚ ਜਿੱਧਰ ਤੱਕ ਮਰਜ਼ੀ ਨਿਗਾਹ ਮਾਰ ਕੇ ਵੇਖ ਲਓ, ਥਿਰ ਰਹਿਣ ਵਾਲਾ ਕੋਈ ਨਹੀਂ ਹੈ। ਸਭ ਖਤਮ ਹੋਣ ਵਾਲੇ ਆ, ਕਿਉਂਕਿ ਮਰਨ ਲਿਖਾਏ ਮੰਡਲ ਬੈ ਆਏ। ਤੇ ਮਾਲਕ ਜੀ ਇੱਥੋਂ ਤਾਂ ਹੀ ਬਚਨ ਆਪਾਂ ਸ਼ੁਰੂ ਕੀਤਾ ਸੀ, ਮਿਲ ਜਗਦੀਸ਼ ਮਿਲਨ ਕੀ ਵਰੀਆ। ਇਹ ਤੇਰੀ ਵਾਰੀ ਹੈ, ਇਹ ਤੈਨੂੰ ਵਾਰੀ ਦੇਤੀ ਮਾਲਕ ਨੇ, ਵਾਰੀ ਦੇ ਮੁਤਾਬਕ ਮਾਲਕ ਨੂੰ ਮਿਲਣਾ ਕਰ। ਚਿਰੰਕਾਲ ਇਹ ਦੇ ਸੰਜਰੀਆ, ਦੇਹ ਦਾ ਭਾਵ ਹੈ ਸਰੀਰ, ਸੰਜਰੀਆ ਦਾ ਭਾਵ ਹੈ ਬਿੱਲੀ ਹੈ। ਕਈ ਚਿਰਾਂ ਪਿੱਛੋਂ ਤੈਨੂੰ ਇਹ ਮਨੁੱਖਾ ਸਰੀਰ ਮਿਲਿਆ ਹੈ, ਕਿਉਂਕਿ 84 ਲੱਖ ਜੂਨ ਹੈ। 84 ਲੱਖ ਜੂਨਾਂ ਭੋਗਣ ਤੋਂ ਬਾਅਦ ਇਹ ਤੈਨੂੰ ਮਨੁੱਖਾ ਜੀਵ ਜਨਮ ਦਿੱਤਾ ਹੈ। ਇਸ ਜੀਵਨ ਦੇ ਵਿੱਚ ਮਾਲਕ ਨੂੰ ਯਾਦ ਕਰ, ਉਹਨੂੰ ਆਰਾਧਨਾ ਕਰ, ਉਹਨੂੰ ਸਿਮਰਨਾ ਕਰ। ਮੈਂ ਜਿਹੜਾ ਤੁਹਾਡੇ ਨਾਲ ਅਸਲ ਵਿੱਚ ਬਚਨ ਸਾਂਝਾ ਕਰਨ ਜਾ ਰਿਹਾ, ਉਹ ਭਾਵ ਇਹ ਹੈ, ਸਾਨੂੰ ਬਹੁਤ ਸੋਹਣਾ ਸਰੀਰ ਦਿੱਤਾ ਹੈ। ਜਿਹਦੇ ਕੋਲੇ ਅੱਖਾਂ ਨੇ ਉਹਨੂੰ ਪੁੱਛੋ ਵੀ ਅੱਖਾਂ ਦੀ ਕੀ ਕੀਮਤ ਹੈ, ਉਹ ਦੱਸੇਗਾ ਵੀ ਜੇ ਮੇਰੇ ਕੋਲੇ ਅੱਖਾਂ ਹੋਣ ਮੈਂ ਬੜਾ ਸੁਖੀ ਹੋਵਾਂਗਾ, ਪਰ ਅੱਖਾਂ ਤੋਂ ਬਿਨਾਂ ਮੈਂ ਬੜਾ ਦੁਖੀ ਹਾਂ। ਜਿਹਦੇ ਹੱਥ ਨਹੀਂ ਉਹਨੂੰ ਪੁੱਛ ਕੇ ਵੇਖੋ ਹੱਥਾਂ ਦੀ ਕੀ ਕੀਮਤ ਹੈ, ਉਹ ਦੱਸੇਗਾ ਕੀਮਤ ਇਹ ਹੱਥਾਂ ਦੇ ਨਾਲ ਸਰੀਰ ਦੀ ਕਿਰਿਆ ਸੇਵਾ ਹੁੰਦੀ ਹੈ ਤੇ ਮੈਂ ਕਰ ਨਹੀਂ ਸਕਦਾ। ਤੇ ਮੇਰੇ ਮਾਲਕ ਜੀ ਫਿਰ ਬਚਨ ਕਰਦੇ ਆ, ਭਾਈ ਇਹ ਪੈਰ ਕਈ ਥਾਵੇਂ ਜਾਈਂਦਾ। ਰੋਸ਼ਨ ਵਾਲੇ ਕਥਾ ਕਰਨ ਦਾ ਸਮਾਂ ਮਿਲਿਆ, ਉੱਥੇ ਮੈਂ ਵੇਖਿਆ 2 ਵੀਰ ਮੱਥਾ ਟੇਕਣ ਆਏ। ਉਹ ਵਿਚਾਰੇ ਮਸਾਂ ਸਕੰਜੇ ਨਾਲ ਡਿੱਗਦੇ ਪੈਂਦੇ ਮਾਲਕ ਦੇ ਚਰਨਾਂ 'ਚ ਪਹੁੰਚੇ। ਸਤਿਗੁਰੂ ਜੀ ਦੇ ਚਰਨਾਂ ਵਿੱਚ ਉਹਨਾਂ ਨੇ ਨਤਮਸਤਕ ਹੋਏ। ਕਿੰਨਾ ਸਰੀਰ ਉਹਨਾਂ ਦਾ ਗੋਝਾ, ਕਿੰਨਾ ਉਹਨਾਂ ਨੂੰ ਦੁੱਖ ਮਹਿਸੂਸ ਹੁੰਦਾ ਹੋਣਾ ਹੈ। ਪਰ ਅੱਜ ਸਾਡੇ ਕੋਲੇ ਕੰਚਨ ਵਰਗੀ ਦੇਹੀ ਹੈ, ਅਸੀਂ ਫਿਰ ਵੀ ਮਾਲਕ ਦਾ ਸ਼ੁਕਰ ਨਹੀਂ ਕਰਦੇ, ਸ਼ੁਕਰਾਨਾ ਨਹੀਂ ਕਰਦੇ, ਸੇਵਾ ਨਹੀਂ ਕਰ ਸਕਦੇ, ਗੁਰਦੁਆਰੇ ਨਹੀਂ ਜਾ ਸਕਦੇ, ਸਾਡੇ ਕੋਲੇ ਸਮਾਂ ਨਹੀਂ ਹੈ। ਤੇ ਮੇਰੇ ਮਾਲਕ ਜੀ ਕਹਿੰਦੇ ਆ, ਭਾਈ ਇਹ ਜ਼ਿੰਦਗੀ ਹੈ ਜਿਹੜੀ ਵਾਰ-ਵਾਰ ਨਹੀਂ ਮਿਲਦੀ। ਕਈ ਜਨਮ ਆਪਾਂ ਪਿੱਛੇ ਸਰਵਣ ਕਰਕੇ ਆਏ, ਕਈ ਜਨਮ ਭਏ ਕੀਟ ਪਤੰਗਾ, ਪਤੰਗਿਆਂ ਵਿੱਚ ਲੰਘ ਗਈ। ਕਈ ਜਨਮ ਗੱਜ ਮੀਨ ਕੁਰੰਗਾ, ਹਾਥੀ ਬੀਨ ਮੱਛੀ ਕੁਰੰਗਾ ਹਿਰਨ। ਕਈ ਜਨਮ ਪੰਖੀ ਸਰਪ ਹੋਇਓ ਪੰਛੀਆਂ ਦੇ ਸੱਪਾਂ ਦੇ। ਕਈ ਜਨਮ ਹੈਵਰ ਵਿਰਖ ਜੋਇਓ ਬਿਰਛਾਂ ਦੇ ਬਲਦਾਂ ਦੇ ਘੋੜਿਆਂ ਦੇ। ਇਹ ਜਨਮ ਸਾਨੂੰ ਮਿਲੇ ਤੇ ਗੁਰੂ ਜੀ ਕਹਿੰਦੇ ਮਿਲ ਜਗਦੀਸ਼ ਮਿਲਨ ਕੀ ਬਰੀਆ, ਚਿਰੰਕਾਲੇ ਦੇ ਸੁੰਦਰੀਆ। ਕਈ ਜਨਮ ਅਗਲਾ ਬਚਨ ਕਰਦੇ ਆ, ਕਈ ਜਨਮ ਸੈਲ ਗਿਰ ਗਿਰਿਆ। ਸੈਲ ਕਹਿੰਦੇ ਆ ਪੱਥਰ, ਗਿਰ ਕਹਿੰਦੇ ਆ ਪਹਾੜ। ਕਈ ਜਨਮਾਂ ਵਿੱਚ ਤੈਨੂੰ ਪੱਥਰ ਚਟਾਨਾ ਬਣਾਇਆ ਗਿਆ। ਇਹ ਵੀ ਇੱਕ ਜੂਨੀ ਹੈ। ਕਈ ਜਨਮ ਗਰਭ ਹਿਰ ਖਿਰਿਆ। ਹਿਰ ਖਿਰਿਆ ਦਾ ਭਾਵ ਹੈ ਛਣ ਗਏ, ਡਿੱਗ ਗਏ ਗਰਭ ਵਿੱਚੋਂ, ਕਈ ਪੈਦਾ ਹੋ ਗਏ, ਮੌਤ ਹੋ ਗਈ। ਕਈਆਂ ਦਾ ਢਾਂਚਾ ਬਣਿਆ ਹੀ ਨਹੀਂ, ਪਹਿਲਾਂ ਹੀ ਖਤਮ ਹੋ ਗਏ। ਕਈ ਜਨਮ ਸਾਖ ਕਰ ਉਪਾਇਆ, ਸਾਖ ਸਾਖਾ ਬਨਸਪਤੀ ਕਰ ਬਣਾ ਕੇ। ਕਈ ਜਨਮਾਂ ਵਿੱਚ ਤੈਨੂੰ ਕਿਸਮ ਕਿਸਮ ਦਾ ਰੁੱਖ ਬਣਾ ਕੇ ਪੈਦਾ ਕੀਤਾ ਹੈ।
ਲੱਖ 84 ਜੂਨ ਪ੍ਰਭਾਇਆ। ਇਸ ਤਰ੍ਹਾਂ 84 ਲੱਖ ਜੂਨਾਂ ਵਿੱਚ ਤੈਨੂੰ ਭਵਾਇਆ ਗਿਆ। ਇਹ 84 ਦੇ ਫੰਦੇ ਵਿੱਚ 84 ਦੇ ਗੇੜ ਵਿੱਚ ਕਿਵੇਂ ਪਿਆ? ਇਹ ਜੀਵ ਹੈ। ਇਹ ਆਪਣੇ ਕਰਮਾਂ ਮੁਤਾਬਕ 84 ਦੇ ਗੇੜ ਵਿੱਚ ਪੈ ਗਿਆ। ਕਿਵੇਂ ਆਇਆ ਸੀ ਸੰਸਾਰ ਵਿੱਚ ਨਾਮ ਜਪਣ ਵਾਸਤੇ। ਪ੍ਰਾਨੀ ਤੂੰ ਆਇਓ ਲਾਹਾ ਲੈਣ, ਲੱਗਾ ਕਿਤ ਕੋ ਪਕੜੇ ਸਭ ਮੁਗਦੀ ਚੱਲੀ ਰਹਿਣ। ਤੇਰੀ ਜ਼ਿੰਦਗੀ ਦੀ ਰਹਿਣ ਜਿਹੜੀ ਰਾਤ ਹੈ, ਆਇਆ ਸੀ ਪਰਮੇਸ਼ਰ ਦਾ ਲਾਹਾ ਲੈਣ ਵਾਸਤੇ, ਆਇਆ ਸੀ ਪਰਮੇਸ਼ਰ ਦੀ ਬੰਦਗੀ ਕਰਨ ਵਾਸਤੇ। ਪਰ ਆਪਾਂ ਆਪਣੇ ਮਨਾਂ ਵਿੱਚ ਜਿੰਨੇ ਕੁ ਬੈਠਿਆਂ ਝਾਤੀ ਮਾਰ ਕੇ ਵੇਖੀਏ ਵੀ ਕਿੰਨੀ ਕੁ ਬੰਦਗੀ ਕਰਦੇ ਆ, ਕਿੰਨਾ ਕੁ ਬਾਣੀ ਦਾ ਲਾਹਾ ਲੈਨੇ ਆ, ਕਿੰਨੀ ਕੁ ਸੇਵਾ ਦਾ ਲਾਹਾ ਲੈਨੇ ਆ, ਕਿੰਨੀ ਕੁ ਅਸੀਂ ਸੇਵਾ ਕਰਦੇ ਆ। ਪ੍ਰਾਨੀ ਤੂੰ ਆਇਓ ਲਾਹਾ ਲੈਣ, ਆਇਆ ਸੀ ਲਾਹਾ ਲੈਣ ਵਾਸਤੇ, ਲੱਗਾ ਕਿਤ ਕੋ ਫਕੜ ਆ ਝੂਠੇ ਧੰਦਿਆਂ ਵਿੱਚ ਫਸ ਗਏ ਆ। ਸਾ ਮੁਗਦੀ ਚੱਲੀ ਰਹਿਣ, ਤੇਰੀ ਜ਼ਿੰਦਗੀ ਦੀ ਰਹਿਣ ਜਿਹੜੀ ਰਾਤ ਹੈ ਮੁੱਕਦੀ ਜਾ ਰਹੀ ਹੈ। ਤੋ ਮੇਰੇ ਮਾਲਕ ਜੀ ਕਹਿੰਦੇ ਆ ਭਾਈ, ਸਾਧ ਸੰਗ ਭਇਓ ਜਨਮ ਪ੍ਰਾਪਤ। ਲਾਸਟਲਾ ਬਚਨ, ਸੰਗ ਸੰਗਤ ਵਿੱਚ ਆ, ਹੁਣ ਤੈਨੂੰ ਮਨੁੱਖਾ ਜਨਮ ਮਿਲਿਆ। ਕਿਉਂਕਿ ਆਪਾਂ ਬਚਨ ਦੋ ਸਾਂਝੇ ਲੈ ਕੇ ਚੱਲੇ ਸੀ। ਮਾਂ ਦੇ ਉਦਰ ਵਿੱਚ ਜਦੋਂ ਇਨਸਾਨ ਦਾ ਸਰੀਰ ਦਾ ਢਾਂਚਾ ਬਣਿਆ, ਪਰਮੇਸ਼ਰ ਨੇ ਇਹਦੇ ਵਿੱਚ ਆਤਮਾ ਪਾਤੀ। ਆਤਮਾ ਪਾਉਣ ਉਪਰੰਤ ਫਿਰ ਇਹਦੇ ਨਾਲ ਬਚਨ ਕਰਦੇ ਆ ਭਾਈ। ਪਰਮੇਸ਼ਰ ਬਚਨ ਕਰਦਾ, ਬਹਿਦਾ ਕਰਦਾ। ਤਿੰਨ ਵਚਨ ਕੀਤੇ, ਸੋ ਕਿਉ ਮਨੋ ਵਿਸਾਰੀਏ, ਮਨੋ ਕਿਉ ਵਿਸਾਰੀਏ ਏ ਵਡਦਾਤਾ, ਜੇ ਅਗਨ ਮੈਂ ਆਹਾਰ ਪਹੁੰਚਾਵੇ। ਉਹ ਮਾਲਕ ਨੂੰ ਕਿਉਂ ਵਿਸਾਰ ਦਿੱਤਾ, ਉਹਨੂੰ ਕਿਉਂ ਵਿਸਾਰੀਏ ਜਿਹੜਾ ਅਗਨ ਦੇ ਵਿੱਚ, ਜਠਰ ਅਗਨੀ ਵਿੱਚ ਵੀ ਭੋਜਨ ਪਹੁੰਚਾਉਂਦਾ ਹੈ। ਪਹਿਲਾ ਵਚਨ ਕੀਤਾ ਸੀ ਭਾਈ, ਦਸਵਾਂ ਦਸਵੰਧ ਗੁਰੂ ਕੇ ਲੇਖੇ ਚ ਪਾਈ। ਗੁਰੂ ਦੇ ਲੇਖੇ ਵਿੱਚ ਪਾਉਣਾ ਕੀ ਹੈ? ਕਿਸੇ ਗਰੀਬ ਨੂੰ ਭੋਜਨ ਛਕਾਤਾ, ਨੰਗੇ ਨੂੰ ਵਸਤਰ ਦੇਤੇ, ਕਿਸ ਕੋਈ ਦੁਖੀ ਹੈ ਉਹ ਦੁਖੀ ਦਾ ਦਵਾਈ ਮੈਡੀਸਨ ਦੇ ਦੁਆਰਾ ਇਲਾਜ ਕਰਾਤਾ। ਇਹ ਦਸਵੰਧ ਹੈ। ਮਾਲਕ ਕਹਿੰਦੇ ਜੇ ਤੇਰੇ ਤੋਂ ਭਾਈ ਇਹ ਵੀ ਨਾ ਹੋਏ, 2.5 ਘੰਟੇ ਬੈਠ ਕੇ ਸਿਮਰਨ ਕਰਨਾ ਹੈ। 2.5 ਘੰਟੇ ਬੈਠ ਕੇ ਸਿਮਰਨ ਕਰਨਾ। 1.25 ਘੰਟਾ ਸਵੇਰੇ ਬਣਦਾ, 1.25 ਘੰਟਾ ਬਣਦਾ ਸ਼ਾਮ ਨੂੰ। 2.5 ਘੰਟੇ ਬਣਦੇ ਆ। ਅੱਜ ਅਸੀਂ ਜਿੰਨੇ ਬੈਠੇ ਆ ਵੇਖ ਲਓ ਵੀ ਕਿੰਨੀ ਕੁ ਅਸੀਂ 2.5 ਘੰਟਿਆਂ ਵਿੱਚੋਂ ਮਾਲਕ ਦੇ ਚਰਨਾਂ ਵਿੱਚ ਕਿੰਨਾ ਕੁ ਚਿਰ ਬਹਿੰਦੇ ਆ। ਸਮਾਂ ਜਿਹੜਾ ਸਾਡਾ ਸਮਾਂ ਹੈ, ਸਾਡੇ ਕੋਲੇ ਬੜਾ ਸੀਮਤ ਹੈ। ਕਹਿਣਗੇ ਸਮਾਂ ਨਹੀਂ ਹੈ, ਸਾਡੇ ਕੋਲੇ ਸਮਾਂ ਨਹੀਂ। ਜਦੋਂ ਡਾਕਟਰ ਜਵਾਬ ਦੇ ਦੇਣ, ਵੈਦ ਹਕੀਮ ਜਵਾਬ ਦੇ ਦੇਣ, ਫਿਰ ਕਹਿਣ ਵੀ ਤੂੰ ਬੈਠ ਕੇ ਬੰਦਗੀ ਕਰ ਲੈ, ਫਿਰ ਕਹੇਗਾ ਵੀ ਹਾਂ ਬਸ ਥੋੜੇ ਦਿਨ ਰਹਿੰਦੇ ਆ ਜ਼ਿੰਦਗੀ ਦੇ। ਮਾਲਕ ਦੀ ਕੀਰਤੀ ਵਿੱਚ, ਮਾਲਕ ਦੀ ਯਾਦ ਵਿੱਚ ਕੁਝ ਕੁ ਸਮਾਂ ਲਗਾ ਦਈਏ। ਕੀ ਪਤਾ ਜ਼ਿੰਦਗੀ ਨੇ ਕਿਸ ਮੋੜ ਤੇ ਸਾਨੂੰ ਛੱਡ ਜਾਣਾ। ਤਾਈ ਉਹ ਮਾਲਕ ਜੀ ਕਹਿੰਦੇ ਕਰ ਸੇਵਾ ਭਜ ਹਰ ਹਰ ਗੁਰਮਤਿ। ਸਾਧ ਸੰਗਤ ਵਿੱਚ ਆ, ਗੁਰੂ ਦੀ ਮੱਤ ਲੈ ਕੇ ਖਲਕਤ ਦੀ ਸੇਵਾ ਕਰ ਤੇ ਪ੍ਰਮਾਤਮਾ ਦਾ ਭਜਨ ਕਰ। ਤਿਆਗ ਮਾਨ ਝੂਠ ਅਭਿਮਾਨ, ਮਾਨ ਝੂਠ ਤੇ ਹੰਕਾਰ ਛੱਡ ਦੇ। ਕਿਉਂਕਿ ਹਰਜੂ ਹੰਕਾਰ ਨਾ ਭਾਵਈ ਵੇਦ ਕੂਕ ਛਡਾਵੇ। ਮਾਲਕ ਨੂੰ ਮਾਣ ਹੰਕਾਰ ਭਾਉਂਦਾ ਨਹੀਂ ਹੈ। ਮਾਣ ਨਾ ਜਿਹੜਾ, ਕਿਉਂਕਿ ਮਾਨ ਮੁਨੀ ਮੁਨ ਵਰਗਲੇ ਮਾਨ ਸਬੈ ਕੋ ਖਾਏ। ਇਹ ਮਾਣ ਨਾ ਜਿਹੜਾ, ਮਾਣ ਨੇ ਕਿਹੜੇ ਕਿਹੜੇ ਖਾ ਲਏ, ਥੋੜੀ ਜੀ ਝਾਤ ਮਾਰ ਲਈਏ।
ਮਾਣ ਨੇ ਰਾਵਣ 4 ਵੇਦਾਂ ਦਾ ਬਖਤਾ ਸੀ, 6 ਸ਼ਾਸਤਰਾਂ ਦਾ ਗਿਆਤਾ ਸੀ, ਉਹਨੂੰ ਤਾਂ ਦਹਿ ਸਿਰਾ ਕਹਿੰਦੇ ਸੀ। ਉਹਨੂੰ ਮਾਣ ਹੋ ਗਿਆ, ਉਹਨੂੰ ਹੰਕਾਰ ਹੋ ਗਿਆ। ਤੇ ਤਾਂ ਕਰਕੇ ਮਾਲਕ ਜੀ ਨੇ ਫਿਰ ਉਹਦਾ ਵੱਤ ਕੀਤਾ। ਮਾਣ ਹੋਰ ਕਿਹਨੂੰ ਹੋਇਆ? ਮਾਣ ਹੋਇਆ ਰਾਜੇ ਹਰਣਾਕਸ਼ ਨੂੰ, ਜਿਹੜਾ ਕਹਿੰਦਾ ਸੀ ਮਾਲਕ ਹੈ ਨਹੀਂ, ਪਰਮੇਸ਼ਰ ਹੈ ਨਹੀਂ, ਮੈਂ ਹੀ ਆ। ਜਲੇ ਹਰਣਾਕਸ਼, ਥਲੇ ਹਰਣਾਕਸ਼, ਹੈਪੀ ਹਰਣਾਕਸ਼, ਹਰਣਾਕਸ਼ ਹੀ ਹਰਣਾਕਸ਼। ਸਾਰੇ ਪਾਸੇ ਮੇਰਾ ਹੀ ਨਾਮ ਲਿਆ ਜਾਏ, ਮੈਂ ਹੀ ਆ। ਉਹਨੂੰ ਵੀ ਮਾਣ ਹੋ ਗਿਆ, ਹੰਕਾਰ ਹੋ ਗਿਆ। ਮਾਣ ਹੈ ਜਿਹੜਾ, ਹੰਕਾਰ ਹੈ ਜਿਹੜਾ, ਇਹ ਜੀਵ ਨੂੰ ਖਤਮ ਕਰ ਦਿੰਦਾ ਹੈ। ਇਸੇ ਕਰਕੇ ਗੁਰੂ ਜੀ ਕਹਿੰਦੇ ਆ, ਭਾਈ ਮਾਣ ਨਾ ਕਰ, ਹੰਕਾਰ ਨਾ ਕਰ। ਇਹ ਮਾਣ ਹੈ ਜਿਹੜਾ, ਇਹ ਹੰਕਾਰ ਹੈ ਜਿਹੜਾ ਤੈਨੂੰ ਡੋਬ ਦੇਗਾ। ਇਹ ਮਾਣ ਹੰਕਾਰ ਤੈਨੂੰ ਖਤਮ ਕਰ ਦੇਗਾ। ਇਸ ਮਾਣ ਦੇ ਨਾਲ ਨਾਲ ਜੀਵਤ ਮਰਹੇ ਦਰਗਹਿ ਪਰਵਾਰ ਮਰਹੇ। ਜੇ ਤੂੰ ਆਪਾ ਭਾਵ ਵੱਲੋਂ ਮਾਰੇ, ਤੂੰ ਪ੍ਰਮਾਤਮਾ ਦੀ ਦਰਗਾਹ ਵਿੱਚ ਤਦੋਂ ਹੀ ਕਬੂਲ ਹੋਵੇਂਗਾ ਜੇ ਤੂੰ ਇਹ ਜੀਵਨ ਜਿਉਂਦਾ ਹੀ ਆਪਾ ਭਾਵ ਵੱਲੋਂ ਮਾਰ ਦੇਂਗਾ। ਮਾਰਨਾ ਕਿਵੇਂ ਹੈ? ਸੰਸਾਰ ਵਿੱਚ ਵੀ ਰਹਿਣਾ ਤੇ ਨਿਰੰਕਾਰ ਨਾਲ ਵੀ ਰਹਿਣਾ ਹੈ। ਚੰਗਾ ਪਤੀ ਬਣ, ਪਤਨੀ ਖੁਸ਼, ਚੰਗਾ ਪੁੱਤਰ ਬਣ, ਮਾਂ ਬਾਪ ਖੁਸ਼, ਚੰਗਾ ਭਾਈ ਬਣ, ਭੈਣ ਭਾਈ ਖੁਸ਼, ਚੰਗਾ ਮਾਮਾ ਨਾਨਾ ਬਣ, ਸਾਰੇ ਰਿਸ਼ਤੇ ਚੰਗਿਆਂ ਬਣ ਕੇ ਨਿਭਾ। ਰਿਸ਼ਤੇ ਰਾਤੇ ਸਾਰੇ ਨਿਭਾਉਣੇ ਚਾਹੀਦੇ ਆ, ਨਿਭਾ। ਮਾਲਕ ਕਦੋਂ ਮਨਾ ਕਰਦੇ ਆ? ਮਾਲਕ ਜੀ ਕਹਿੰਦੇ ਆ, ਭਾਈ ਇਹ ਸਾਰੇ ਰਿਸ਼ਤੇ ਨਾਤੇ ਨਿਭਾਉਣੇ ਚਾਹੀਦੇ ਆ। ਜਿੱਥੇ ਅਸੀਂ ਇਹ ਰਿਸ਼ਤੇ ਨਾਤੇ ਨਿਭਾਉਂਦੇ ਆ, ਉੱਥੇ ਮਾਲਕ ਨੂੰ ਵੀ ਯਾਦ, ਮਾਲਕ ਦਾ ਚੰਗਾ ਸਿੱਖ ਵੀ ਬਣ। ਜੋ ਗੁਰ ਕਹੈ ਸੋਈ ਭਲ ਮਾਨੋ, ਜੋ ਗੁਰੂ ਕਹਿੰਦਾ ਉਹ ਵੀ ਮੰਨਣਾ ਕਰ। ਇਹ ਸਾਰੇ ਰਿਸ਼ਤੇ ਨਾਤੇ ਚੰਗੇ ਬਣ ਕੇ ਚੰਗੇ ਨਿਭਾ ਰਹੇ ਆ, ਸਾਰੇ ਖੁਸ਼ ਨੇ, ਤੇ ਗੁਰੂ ਨੂੰ ਵੀ ਖੁਸ਼ ਕਰ ਲੈ। ਗੁਰੂ ਤਦ ਖੁਸ਼ ਹੋਏਗਾ ਜਦੋਂ ਹੁਕਮ ਮੰਨਿਆ ਹੋਵੇ ਪ੍ਰਵਾਨ। ਜਦੋਂ ਅਸੀਂ ਗੁਰੂ ਦਾ ਹੁਕਮ ਮੰਨਾਂਗੇ ਨਾ, ਫਿਰ ਉਹ ਹੁਕਮ ਤੇ ਚੱਲਾਂਗੇ, ਫਿਰ ਸਾਡਾ ਗੁਰੂ ਸਾਡੇ ਤੋਂ ਖੁਸ਼ ਹੋਏਗਾ। ਤੇ ਮਾਲਕ ਜੀ ਵਾਰ-ਵਾਰ ਸਾਨੂੰ ਵਰਜਦੇ ਆ, ਸਮਝਾਉਂਦੇ ਆ, ਇਸੇ ਪੰਕਤੀ ਦੇ ਦੁਆਰਾ, ਇਸੇ ਸ਼ਬਦ ਦੇ ਦੁਆਰਾ। ਮਾਲਕ ਤੋਂ ਬਿਨਾ ਹੋਰ ਕੋਈ ਨਹੀਂ ਹੈ ਸਾਡਾ। ਏਕ ਸਿਮਰ, ਏਕ ਸਿਮਰ, ਏਕ ਸਿਮਰ ਪਿਆਰੇ। ਇੱਕ ਨੂੰ ਸਿਮਰ, ਇੱਕ ਨੂੰ ਮਨ ਚ ਵਸਾ ਲੈ। ਇੱਕ ਦਾ ਬਣ ਜਾ, ਦਰ ਦਰ ਦੇ ਭਟਕਣ ਨਾਲੋਂ ਇੱਕ ਦਰ ਦਾ ਬਣ ਜਾ। ਅਵਰ ਨਾ ਦੂਜਾ ਕਰਨਾ ਜੋਗ, ਭਾਵ ਕਰਨ ਜੋਗ, ਕਰਨ ਦੀ ਸਮਰੱਥ ਵਾਲਾ। ਇਹ ਮਾਲਕ ਤੇਥੋਂ ਬਿਨਾ ਹੋਰ ਵੀ ਕੁਝ ਕਰਨ ਦੀ ਸਮਰੱਥਾ ਵਾਲਾ ਕੋਈ ਨਹੀਂ ਹੈ। ਤੂੰ ਹੀ ਹੈ ਮੇਰਾ, ਮੇਰਾ ਤੂੰ ਹੈ, ਤਾਂ ਮਿਲੀਏ ਜਾਂ ਲੈ ਮਿਲਾਏ। ਹੇ ਪ੍ਰਭੂ, ਤੈਨੂੰ ਤਦੋਂ ਹੀ ਮਿਲਿਆ ਜਾ ਸਕਦਾ ਜੇ ਤੂੰ ਆਪ ਜੀਵ ਨੂੰ ਆਪਣੇ ਚਰਨਾਂ ਵਿੱਚ ਮਿਲਾ ਲੈ, ਚਰਨਾਂ ਵਿੱਚ ਜੋੜ ਲੈ। ਚਰਨਾਂ ਨਾਲ ਜੋੜ ਕੇ ਆਪਣਾ ਸਿਰ ਤੇ ਮੇਰ ਭਰਿਆ ਹੱਥ ਰੱਖੇ, ਤਾਂ ਇਹ ਜੀਵਨ ਦੀ, ਜ਼ਿੰਦਗੀ ਦੀ ਨੁਹਾਰ ਬਦਲ ਸਕਦੀ ਹੈ। ਕਹੋ ਨਾਨਕ ਹਰ ਹਰ ਗੁਣ ਗਾਏ। ਹੇ ਨਾਨਕ, ਤਦੋਂ ਹੀ ਜੀਵ ਹਾਰੀ ਦੇ ਗੁਣ ਗਾ ਸਕਦਾ ਹੈ
ਗੁਣ ਗਾਉਣੇ, ਗੁਰੂ ਦੇ ਗੁਣ ਗਾਈਏ। ਜਾਣਾ ਸਭ ਨੇ, ਸਾਡੇ ਵਿੱਚੋਂ ਭਾਈ ਸਾਹਿਬ ਜੀ ਚਲੇ ਗਏ। ਰਹਿਣ ਵਾਲਾ ਕੋਈ ਨਹੀਂ ਹੈ। ਫਰੀਦ ਸਾਹਿਬ ਜੀ ਕਹਿੰਦੇ, ਫਰੀਦਾ ਕਿੱਥੇ ਟੰਡੇ ਬਾਪਿਆਂ, ਜਿੰਨੀ ਤੂੰ ਜਣੇ ਹੋਏ ਤੈ ਪਾਸੋਂ ਲੱਦ ਗਏ, ਤੂੰ ਅਜੇ ਨਾ ਪਤੀਨੋਏ। ਤੇਰੇ ਪਾਸੋਂ ਮਾਂ ਬਾਪ ਚਲੇ ਗਏ, ਜਾਣਾ ਤੈਂ ਵੀ ਹੈ। ਤੂੰ ਕਾਹਦਾ ਮਾਣ ਕਰਦਾ, ਕਾਹਦਾ ਹੰਕਾਰ ਕਰਦਾ ਹੈ। ਮੇਰੇ ਮਾਲਕ ਜੀ ਕਹਿੰਦੇ, ਭਾਈ ਥਿਰ ਰਹਿਣ ਵਾਲਾ ਸੰਸਾਰ ਵਿੱਚ ਕੋਈ ਨਹੀਂ ਹੈ। ਥਿਰ ਰਹਿਣ ਵਾਲਾ ਸੰਸਾਰ ਵਿੱਚ ਕੋਈ ਨਹੀਂ। ਤੋ ਆਓ ਗੁਰਮੁਖੋ, ਜਿੰਨੇ ਕੁ ਪਹੁੰਚੇ ਹੋ ਸਾਰੇ ਜਾਣੇ ਆਪੋ ਆਪਣੇ ਮਨ ਵਿਰਤੇ ਨੂੰ ਕਾਗਰ ਕਰਕੇ ਬੈਠੀਏ, ਲਵਾਈਏ ਹਾਜ਼ਰੀ, ਕੋਈ ਰਸਨਾ ਮਾਂਝੀ ਨਾ ਰਵੇ। ਸਾਰੇ ਜਾਣੇ ਪਿਆਰ ਨਾਲ ਦੁਹਰਾਇਓ, ਇੱਕੋ ਵਾਰੀ ਕਹਿਣ ਤੇ ਆਪੋ ਆਪਣੀ ਹਾਜ਼ਰੀ ਲਵਾਈਏ। ਆਖੋ ਜੀ, ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਵਿਛੋੜੇ ਦਾ ਦੁੱਖ ਨਾਲ ਨਾਲ ਆਪਾਂ ਸ਼ਬਦ ਦੀ ਵਿਚਾਰ ਵੀ ਲੈ ਕੇ ਚੱਲਾਂਗੇ, ਨਾਲ ਨਾਲ ਆਪਾਂ ਕੁਝ ਕਥਾ ਵੀ ਲੈ ਕੇ ਚੱਲਾਂਗੇ, ਤਾਂ ਸਾਨੂੰ ਦੋਏ ਬਾਣੀ ਦੀ ਵੀ ਔਰ ਕਥਾ ਦੁਆਰਾ ਵੀ ਸਾਨੂੰ ਸਮਝ ਪੈ ਸਕੇ। ਮੇਰੇ ਬਾਲਕ ਜੀ, ਬਾਣੀ ਵਿੱਚ ਕਹਿੰਦੇ ਆ, ਮਲਾਰ ਰਾਗ ਦੇ ਅੰਦਰ ਧੰਨ ਗੁਰੂ ਨਾਨਕ ਸਾਹਿਬ ਮਹਾਰਾਜ, ਦੁੱਖ ਵਿਛੋੜਾ ਇੱਕ ਦੁੱਖ ਭੂਖ, ਵਿਛੋੜਾ ਪਰਮਾਤਮਾ ਦੇ ਚਰਨਾਂ ਤੋਂ, ਵਿਛੋੜਾ ਪ੍ਰਭੂ ਦੀ ਯਾਦ ਤੋਂ, ਸਖਣਾਪਨ, ਭੁੱਖ, ਮਾਇਆ ਦੀ ਤ੍ਰਿਸ਼ਨਾ। ਇੱਕ ਸਮੇਂ ਦੀ ਵਾਰਤਾ ਹੈ। ਧੰਨ ਗੁਰੂ ਨਾਨਕ ਸਾਹਿਬ ਮਹਾਰਾਜ ਦੀਨ ਦੁਨੀ ਨੂੰ ਤਾਰਦੇ ਤਾਰਦੇ ਇੱਕ ਨਗਰੀ ਵਿੱਚ ਪਹੁੰਚੇ। ਉਸ ਨਗਰੀ ਦਾ ਜਿਹੜਾ ਬਾਦਸ਼ਾਹ ਸੀ, ਉਹਦਾ ਨਾਂ ਹੈ ਕੈਰੋਂ ਬਾਦਸ਼ਾਹ। ਕੈਰੋਂ ਬਾਦਸ਼ਾਹ ਆਪਣੇ ਰਾਜ ਭਾਗ ਵਿੱਚ ਲੋਕਾਂ ਉੱਤੇ ਜ਼ੁਲਮ ਕਰਦਾ ਹੈ। ਲੋਕਾਂ ਦੇ ਉੱਪਰ ਐਸੇ ਜ਼ੁਲਮ ਕਰਦੇ ਆ, ਹਾਹਾਕਾਰ ਮਚ ਗਈ। ਦੁਨੀਆ ਬਰਲਾਪ ਕਰਦੀ ਹੈ, ਮਾਲਕ ਨੂੰ ਯਾਦ ਕਰਦੀ ਹੈ। ਮਾਲਕ ਜੀ ਬੜੇ ਦੁਖੀ ਹਾਂ, ਤੇ ਆ ਕੇ ਸਾਡੀ ਫਰਿਆਦ, ਸਾਡੀ ਪੁਕਾਰ ਸੁਣੋ। ਗੁਰੂ ਨਾਨਕ ਸਾਹਿਬ ਮਹਾਰਾਜ ਜੀ ਬਾਲਾ ਮਰਦਾਨਾ ਦੇ ਤਹਿਤ ਦੁਨੀਆ ਦਾ ਰਟਨ ਕਰਦੇ ਹੋਏ, ਦੁਨੀਆ ਨੂੰ ਤਾਰਦੇ ਹੋਏ ਇਸ ਨਗਰ ਵਿੱਚ ਪਹੁੰਚੇ। ਉੱਥੋਂ ਦਾ ਇੱਕ ਬਜ਼ੁਰਗ ਮਿਲਿਆ। ਉਹ ਬਜ਼ੁਰਗ ਤੋਂ ਸਾਰੀ ਗੱਲ ਪੁੱਛੀ। ਬਜ਼ੁਰਗ ਨੂੰ ਪੁੱਛਿਆ ਵੀ ਇੱਥੋਂ ਦਾ ਰਾਜਾ ਤੁਹਾਡਾ ਜਿਹੜਾ ਹੈ ਕਿਹੋ ਜਿਹਾ? ਪਤਾ ਤਾਂ ਸੀ ਜੀ, ਗੁਰੂ ਨਾਨਕ ਮਹਾਰਾਜ ਨੂੰ ਜਾਣਦੇ ਸੀ। ਸਭ ਕੁਝ ਪਤਾ ਹੋਣ ਤੇ ਵੀ ਦੁਨੀਆ ਤੋਂ ਵੀ ਪੁੱਛਦੇ ਸੀ। ਬਜ਼ੁਰਗ ਦੱਸਦਾ ਹੈ, ਉਹਨੇ ਆਪਣੀ ਧੀ ਕਹਿ ਲੋ, ਕਈ ਇਤਿਹਾਸਕਾਰ ਧੀ ਲਿਖਦੇ ਆ, ਕਈ ਇਤਿਹਾਸਕਾਰ ਆਪਣੀ ਗੋਲੀ ਲਿਖਦੇ ਆ, ਪਰ ਜ਼ਿਆਦਾਤਰ ਸੁਣਨ ਵਿੱਚ, ਪੜ੍ਹਨ ਵਿੱਚ ਆਇਆ ਧੀ। ਕਿਉਂਕਿ ਜਿਨ੍ਹਾਂ ਨੂੰ ਮਾਇਆ ਦੀ ਲਾਲਸਾ ਹੁੰਦੀ ਹੈ, ਜਿਨ੍ਹਾਂ ਨੂੰ ਮਾਇਆ ਦਾ ਲਾਲਚ ਹੁੰਦਾ ਹੈ,
ਉਹ ਰਿਸ਼ਤੇ ਨਾਤੇ ਨਹੀਂ ਵੇਖਦੇ, ਸਿਰਫ ਮਾਇਆ ਦਿਖਦੀ ਹੈ। ਮਾਇਆ ਪਿੱਛੇ ਸਭ ਕੁਝ ਕਰ ਦਿੰਦੇ ਆ। ਲਾਲਚ ਹੈ ਜਿਹੜਾ, ਇਹ ਲਾਲਚ ਜ਼ਿੰਦਗੀ ਨੂੰ ਬਰਬਾਦੀ ਦੇ ਰਾਹ ਤੇ ਲੈ ਜਾਂਦਾ ਹੈ। ਤੇ ਗੁਰਮੁਖੋ ਉਹ ਬਜ਼ੁਰਗ ਦੱਸਦੇ ਗਏ, ਗੁਰੂ ਨਾਨਕ ਮਹਾਰਾਜ ਸੁਣਦੇ ਗਏ, ਸੁਣਦੇ ਬਾਲੇ ਮਰਦਾਨੇ ਨੂੰ ਕਹਿੰਦੇ ਆ ਚਲੋ ਫਿਰ ਆ ਚੱਲੀਏ। ਉਹ ਬਜ਼ੁਰਗ ਕਹਿੰਦਾ ਸੁਣ ਤੇ ਲਓ। ਫਿਰ ਗੁਰੂ ਨਾਨਕ ਮਹਾਰਾਜ ਕਹਿੰਦੇ ਦੱਸੋ ਭਾਈ। ਸੁਣਾਉਣ ਲੱਗ ਗਿਆ। ਹੁਣ ਬਜ਼ੁਰਗ ਕੀ ਸੁਣਾਉਂਦਾ ਹੈ? ਕਹਿੰਦਾ ਜੀ ਉਹਨੇ ਆਪਣੀ ਧੀ ਨੂੰ ਚਬੂਤਰੇ ਤੇ ਬਿਠਾ ਕੇ ਐਲਾਨ ਕਰ ਦਿੱਤਾ ਵੀ ਜਿਹੜਾ 1 ਟਕਾ ਲੈ ਕੇ ਆਏਗਾ ਉਹਨੂੰ ਮੈਂ ਆਪਣੀ ਧੀ ਦਾ ਡੋਲਾ ਦੇ ਦਿਆਂਗਾ। ਧੀ ਦਾ ਡੋਲਾ ਦੇ ਦਿਆਂਗਾ। ਤੇ ਫਿਰ ਗੁਰੂ ਨਾਨਕ ਮਹਾਰਾਜ ਕਹਿੰਦੇ ਭਾਈ ਫਿਰ ਬਜ਼ੁਰਗ ਬਾਬਾ ਕਹਿੰਦਾ ਜੀ ਇੱਕ ਮਾਂ ਦਾ ਪੁੱਤਰ ਆਪਣੀ ਮਾਂ ਨੂੰ ਕਹਿੰਦਾ ਮਾਂ 1 ਟਕਾ ਦੇ ਦੇ। ਮਾਂ ਕਹਿੰਦੀ ਹੈ ਪੁੱਤਰਾ ਟਕੇ ਦਾ ਤੈਂ ਕੀ ਕਰਨਾ? ਕਹਿੰਦਾ ਮਾਂ ਰਾਜੇ ਦਾ ਹੁਕਮ ਹੈ ਵੀ 1 ਟਕਾ ਲੈ ਕੇ ਜਿਹੜਾ ਆਏਗਾ ਉਹਨੂੰ ਮੈਂ ਆਪਣੀ ਧੀ ਵਿਆਹ ਦਿਆਂਗਾ, ਉਹਨੂੰ ਡੋਲਾ ਦੇ ਦਿਆਂਗਾ। ਮਾਂ ਕਹਿੰਦੀ ਹੈ ਪੁੱਤਰਾ ਕੋਈ ਉਹਨੇ ਪੈਸਾ ਨਹੀਂ ਛੱਡਿਆ, ਜਿਹੜਾ ਤੈਨੂੰ ਮੈਂ ਦੇ ਦਿਆਂ। ਤੈਨੂੰ ਮਸਾਂ ਮੈਂ ਪਾਲਿਆ, ਛੋਟਿਓਂ ਵੱਡਾ ਕੀਤਾ, ਤੇਰਾ ਪਿਤਾ ਛੋਟੇ ਹੁੰਦੇ ਮਰ ਗਿਆ। ਅੱਜ ਮੈਂ ਆਪਣੀ ਜ਼ਿੰਦਗੀ ਦਾ ਝੱਟ ਤੇਰੇ ਨਾਲ ਮਿਹਨਤ ਕਰਕੇ ਦੋਵੇਂ ਜਾਣੇ ਘਰ ਨੂੰ ਚਲਾ ਰਹੇ ਆ ਤੇ ਪੁੱਤਰਾ ਤੈਨੂੰ ਪਾਲਦੀ ਆ ਮੈਂ। ਉਹ ਪੁੱਤਰ ਕਹਿੰਦਾ ਨਹੀਂ ਮਾਂ ਮੈਨੂੰ ਤੇ ਟਕਾ ਚਾਹੀਦਾ, ਜੇ ਨਹੀਂ ਦਿੰਦੀ ਤੇ ਮੈਂ ਮਰਦਾ। ਹੁਣ ਜਿਹੜੀ ਮਾਂ ਆ ਜਿਹੜਾ ਬਾਪ ਹੈ ਉਹਨੂੰ ਇਸ ਗੱਲ ਦਾ ਦੁੱਖ ਹੁੰਦਾ, ਦਰਦ ਹੁੰਦਾ। ਉਹ ਕੀ ਕਹਿੰਦੇ ਇਹ ਜਿਹੜਾ ਵਿਛੋੜੇ ਦਾ ਦੁੱਖ ਹੈ ਨਾ, ਵਿਛੋੜੇ ਦਾ ਦੁੱਖ ਹੈ ਜਿਹੜਾ, ਇੱਕ ਦੁੱਖ ਸਖਤ ਵਾਰ ਜਮਦੂਤ। ਸਖਤ ਵਾਰ ਦਾ ਭਾਵ ਹੈ ਸਖਤੀ ਵਾਲੇ ਡਾਢੇ। ਇੱਕ ਹੋਰ ਰੋਗ ਵੀ ਹੈ ਉਹ ਡਾਢੇ ਜਮਦੂਤ ਭਾਵ ਜਮਦੂਤਾਂ ਦਾ ਡਰ, ਮੌਤ ਦਾ ਡਰ। ਮੌਤ ਤੋਂ ਹਰ ਕੋਈ ਡਰਦਾ ਹੈ, ਮੌਤ ਤੋਂ ਹਰ ਕੋਈ ਡਰਦਾ ਹੈ। ਪਸ਼ੂ ਪੰਛੀ ਇਨਸਾਨ ਸਭ ਡਰਦੇ ਆ। ਮੌਤ ਤੋਂ ਸਭ ਭੱਜਦੇ ਆ, ਜਦੋਂ ਮੌਤ ਆਉਂਦੀ ਹੈ ਫਿਰ ਭੱਜਣ ਨਹੀਂ ਦਿੰਦੀ। ਆਖੋ ਸਤਨਾਮ ਸ਼੍ਰੀ ਵਾਹਿਗੁਰੂ। ਕਿਉਂਕਿ ਮੌਤ ਹੈ ਜਿਹੜੀ ਫਰੀਦਾ ਮਲਕਲ ਮੌਤ ਜਾਂ ਆਵਸੀ ਸਭ ਦਰਵਾਜੇ ਪੰਨ। ਜਦੋਂ ਮੌਤ ਹੁੰਦੀ ਹੈ ਉਹ ਇਹ ਨਹੀਂ ਵੇਖਦੀ ਇਹ ਬੱਚਾ ਹੈ, ਇਹ ਨੌਜਵਾਨ ਹੈ, ਇਹ ਬਜ਼ੁਰਗ ਹੈ, ਮੌਤ ਨੇ ਲੈ ਜਾਣਾ। ਉਹ ਕਿਸੇ ਨਾਲ ਲਿਹਾਜ਼ ਨਹੀਂ ਕਰਦੀ। ਕਿੰਨਾ ਮਰਜ਼ੀ ਸਾਨੂੰ ਜ਼ਰੂਰੀ ਕੰਮ ਹੋਵੇ, ਵਿਆਹ ਕਿਉਂ ਨਾ ਘਰ ਵਿੱਚ ਰੱਖਿਆ ਹੋਵੇ, ਇੱਥੋਂ ਤੱਕ ਵੀ ਕਹਿ ਲਈਏ ਘਰ ਵਿੱਚ ਕਮਾਉਣ ਵਾਲਾ ਮਾਂ ਨਾ ਹੋਵੇ, ਪਿਤਾ ਹੋਵੇ ਜਾਂ ਕੱਲਾ, ਜਾਂ ਪਿਤਾ ਨਾ ਹੋਵੇ ਮਾਂ ਹੋਵੇ ਕੱਲੀ। ਆਪਾਂ ਆਮ ਹੀ ਵੇਖਦੇ ਆਂ ਵੀ ਅੱਜ ਬੱਚਿਆਂ ਦੀ ਮਾਂ ਚੜ੍ਹਾਈ ਕਰ ਗਈ, ਬੱਚਿਆਂ ਦਾ ਕੀ ਬਣੇਗਾ। ਸੁਣਦੇ ਆਂ ਬੱਚਿਆਂ ਦਾ ਪਿਤਾ ਚੜ੍ਹਾਈ ਕਰ ਗਿਆ, ਅੱਜ ਇਹਨਾਂ ਨੂੰ ਕਮਾ ਕੇ ਕੌਣ ਖਿਲਾਏਗਾ। ਮਾਲਕ ਥੋੜੇ ਦਿਨ ਹੋਰ ਦੇ ਦਿੰਦਾ, ਇਹ ਆਪਣੀ ਜ਼ਿੰਦਗੀ ਥੋੜਾ ਸਮਾਂ ਹੋਰ ਲਗਾ ਲੈਂਦੇ, ਅੜਾਰ ਹੋ ਜਾਂਦੇ, ਫਿਰ ਮਾਲਕ ਲੈ ਜਾਂਦਾ। ਏਦਾਂ ਸੁਣਦੇ ਆ ਆਪਾਂ।
पर मालिक जी दिते हुए सवासां तो वध ना घट। जिन्ने सवास दे के भेजे है मात लोक ते उन्ने सवास साडे जदों पूरे हो गए मालिक ने अवश्य लै जाना है। देखदे आ बुजुर्ग भी जांदे वेखे, नौजवान भी जांदे वेखे, बच्चे भी इस संसार तो जांदे वेखे। जाना संसार तो सबने है। सबना सौरे वंजना सब मुकलावण हार। जिवें साडे घर प्राहुणे आ जाण, ਉਹ ਸੰਧਿਆ ਵੇਲੇ ਆਉਂਦੇ ਆ, ਸੁਬਾਹ ਨੂੰ ਤੁਰ ਪੈਂਦੇ ਆ ਵੀ ਜਾਣੇ ਆਪਣੇ ਦੇਸ਼ ਆਪਣੇ ਘਰ। ਜਿਉਂ ਆਏ ਰਹਿਣ ਪਰਾਹੁਣੇ ਉੱਠ ਚੱਲ ਸੈ ਪ੍ਰਭਾਤ। ਜਿਵੇਂ ਪ੍ਰਭਾਤ ਹੁੰਦੀ ਆ ਆਪਣੇ ਘਰ ਨੂੰ ਚੱਲ ਪੈਂਦੇ ਆ, ਇਦਾਂ ਹੀ ਐ ਭਾਈ ਐ ਮਨੁੱਖਾ ਜੀਵਨ ਤੈਨੂੰ ਮਾਲਕ ਨੇ ਦਿੱਤਾ ਹੈ। ਤੇਰੀ ਇਹ ਜ਼ਿੰਦਗੀ ਵਿੱਚੋਂ ਆਤਮਾ ਵੀ ਆਪਣੇ ਪਰਮਾਤਮਾ ਵੱਲ ਆਪਣੇ ਘਰ ਵੱਲ ਮਾਲਕ ਦੇ ਹੁਕਮ ਨਾਲ ਤੁਰ ਪੈਂਦੀ ਹੈ, ਸਰੀਰ ਨੂੰ ਛੱਡ ਜਾਂਦੀ ਹੈ। ਤੇ ਮੇਰੇ ਬਾਲਕ ਜੀ ਬਾਰ-ਬਾਰ ਇਹੀ ਗੱਲਾਂ ਸਮਝਾਉਣ ਦਾ ਯਤਨ ਕਰਦੇ ਆ, ਭਾਈ ਇਹ ਸੰਸਾਰ ਫਾਨੀ ਸੰਸਾਰ ਹੈ। ਇਸ ਸੰਸਾਰ ਵਿੱਚ ਰਹਿਣ ਵਾਲਾ ਕੋਈ ਨਹੀਂ ਹੈ। ਇਹ ਸੰਸਾਰ ਤੋਂ ਸਭ ਨੇ ਜਾਣਾ ਹੈ। ਜਿਵੇਂ ਭਾਈ ਸਾਹਿਬ ਭਾਈ ਬਜ਼ੁਰਗ ਬਾਪੂ ਮੁਕੰਦ ਸਿੰਘ ਜੀ ਚਲੇ ਗਏ, ਇਸੇ ਰਾਸੀ ਵੀ ਜਾਣਾ ਹੈ। कोई पहला कोई बाद, जाना सबने है। ते मेरे बालक जी दे चरणा विच बाबा जी बेनती करते हैं। वो मां कहती है, बापू कहंदा ओदी मां कहती है अपने पुत्र नूं, गुरु नानक महाराज नूं दसदा बुजुर्ग बापू, ਉਹ ਕਹਿੰਦੀ ਹੈ ਬੇਟਾ ਤੈਨੂੰ ਮਸਾਂ ਪਾਲਿਆ, ਹੁਣ ਤੈਨੂੰ ਮੈਂ 1 ਟਕਾ ਲਿਆ ਕੇ ਕਿੱਥੋਂ ਦਵਾਂ। ਇਸ ਇਲਾਕੇ ਦਾ ਜਿਹੜਾ ਸਾਡਾ ਬਾਦਸ਼ਾਹ ਜਿਹੜਾ ਰਾਜਾ ਹੈ, ਉਹਨੇ ਸਾਰੇ ਘਰਾਂ ਵਿੱਚੋਂ ਮਾਇਆ ਇਕੱਤਰ ਕਰ ਲਈ, ਆਪਣੇ ਸ਼ਾਹੀ ਖਜ਼ਾਨੇ ਵਿੱਚ ਜਮ੍ਹਾਂ ਕਰ ਲਈ। ਮਾਂ ਨੂੰ ਕਹਿੰਦਾ ਮੈਨੂੰ ਤੇ ਮਾਇਆ ਚਾਹੀਦੀ ਹੈ 1 ਟਕਾ, ਜਿੱਥੋਂ ਮਰਜ਼ੀ ਲਿਆ ਕੇ ਦੇ। ਮਾਂ ਨੂੰ ਯਾਦ ਆਇਆ, ਪੁੱਤਰਾ ਜਦੋਂ ਤੇਰੇ ਬਾਪੂ ਨੂੰ ਦਫਨਾਇਆ ਸੀ, ਪਹਿਲਾਂ ਦਫਨਾਏ ਜਾਂਦੇ ਸੀ, ਮੈਂ ਸੁਣਦਾ ਰਿਹਾ ਮੇਰੇ ਦਾਦਾ ਜੀ ਤੋਂ ਵੀ। ਸਾਡੇ ਦਾਦਾ ਜੀ ਦੱਸਦੇ, ਇੱਕ ਬਚਨ ਤੁਹਾਡੇ ਨਾਲ ਸਾਂਝਾ ਕਰ ਲਵਾਂ। ਕਾਫੀ ਸਮੇਂ ਪੁਰਾਣੀ ਗੱਲ ਹੈ, ਕਹਿੰਦੇ ਵੀ ਮੀਂਹ ਪੈਣ ਲੱਗ ਗਿਆ, ਪਾਣੀ ਆ ਗਿਆ। ਬੇਟਾ ਕਹਿੰਦੇ ਸਾਡਾ, ਮੇਰਾ ਚਾਚਾ ਕਹਿੰਦੇ ਸੀ ਵੀ ਤੇਰਾ ਬੇਟਾ ਚਾਚਾ, ਉਹ ਸਰੀਰ ਛੱਡ ਗਿਆ। ਸੰਸਕਾਰ ਕਰਨ ਵਾਸਤੇ ਕੋਈ ਪ੍ਰਬੰਧ ਨਹੀਂ ਸੀ, ਕੋਈ ਲੱਕੜਾਂ ਦਾ ਪ੍ਰਬੰਧ ਨਹੀਂ ਸੀ, ਕਿਉਂਕਿ ਪਾਣੀ ਮੋਲੇ ਧਰ ਵੀ ਪੈਂਦਾ ਸੀ। ਕਹਿੰਦੇ ਵੀ ਉਹ ਪਾਣੀ ਵਿੱਚ ਅਸੀਂ ਗਾਹਾਂ ਗਏ, ਥੋੜਾ ਅੱਗੇ ਜਾ ਕੇ ਪਾਣੀ ਵਿੱਚ ਹੀ ਸਰੀਰ ਨੂੰ ਜਲ ਪ੍ਰਵਾਹ ਕਰ ਦਿੱਤਾ। ਕਹਿਣ ਤੋਂ ਭਾਵ ਇਹ ਹੈ ਵੀ ਕਈ ਜਲ ਪ੍ਰਵਾਹ ਕਰਦੇ ਆ, ਕਈ ਪਹਿਲਾਂ ਸਮਿਆਂ ਵਿੱਚ ਜਲ ਪ੍ਰਵਾਹ ਤੇ ਜ਼ਿਆਦਾਤਰ ਤੇ ਦਫਨਾਏ ਜਾਂਦੇ ਸੀ। ਤੇ ਕਹਿੰਦੇ ਵੀ ਰਹੋ ਵਿਚਾਰ, ਕਹਿੰਦੇ ਵੀ ਫਿਰ ਨਾ ਜਦੋਂ ਉਸ ਬੱਚੇ ਦੀ ਮਾਂ ਨੇ ਕਿਹਾ ਵੀ ਤੇਰਾ ਬਾਪੂ ਫਲਾਣੇ ਥਾਵੇਂ ਦਫਨਾਇਆ, ਉਹਦੀ ਕਬਰ ਉੱਪਰ ਲਿਖਿਆ ਹੈ ਫਲਾਣਾ ਸਿੰਘ ਸਾਨੂੰ ਫਲਾਣਾ ਸਿੰਘ। ਉਹਦੇ ਮੂੰਹ ਵਿੱਚ ਜਦੋਂ ਮਰਿਆ ਸੀ, ਉਹਦੇ ਮੂੰਹ ਵਿੱਚ 1 ਟਕਾ ਪਾਇਆ ਸੀ। ਸੋ ਬੇਨਤੀ ਹੈ ਭਾਈ, ਸਤਿਗੁਰਾਂ ਵੱਲ ਕੋਈ ਵੀ ਪਿੱਠ ਕਰਕੇ ਨਾ ਬੈਠੇ, ਸਤਿਗੁਰੂ ਵੱਲ ਮੁੱਖ ਰੱਖੋ ਭਾਈ। ਸਤਿਗੁਰੂ ਦਾ ਸਤਿਕਾਰ ਕਰੀਏ, ਗੱਲਾਂ ਤੋਂ ਸੰਕੋਚ ਕਰੀਏ, ਥੋੜਾ ਸਮਾਂ ਆਪਣੇ ਕੋਲ ਹੋਰ ਹੈ, ਕੁਝ ਸਫਲ ਕਰੀਏ। तो मेरे मालिक जी कहते
ਪੁੱਛਦੇ ਆ ਗੁਰੂ ਨਾਨਕ ਮਹਾਰਾਜ ਜੀ, ਕਹਿੰਦੇ ਫੇਰ ਕਹਿੰਦੇ ਬੱਚਾ ਗਿਆ, ਉਹਨੇ ਕਬਰ ਤੋਂ ਪੜਿਆ, ਉਹ ਕਬਰ ਨੂੰ ਪੁੱਟਣਾ ਸ਼ੁਰੂ ਕੀਤਾ। ਕਬਰ ਪੁੱਟੀ, ਉਹਦੇ ਵਿੱਚੋਂ ਇੱਕ ਟੱਕਾ ਮਿਲਿਆ। ਉਹ ਟੱਕਾ ਲੈ ਕੇ ਬਾਦਸ਼ਾਹ ਦੇ ਦਰਬਾਰ 'ਚ ਪਹੁੰਚ ਗਏ ਆ। ਬਾਦਸ਼ਾਹ ਕਹਿੰਦਾ, ਪੁੱਛਦਾ, ਇਹ ਟੱਕਾ ਲਿਆਇਆ ਤੇ ਲਿਆਇਆ ਕਿੱਥੋਂ? ਮੈਂ ਤੇ ਕਿਸੇ ਕੋਲੇ ਕੋਈ ਰੁਪਈਆ ਛੱਡਿਆ ਹੀ ਨਹੀਂ, ਸਾਰੀ ਮਾਇਆ ਸ਼ਾਹੀ ਖਜ਼ਾਨੇ 'ਚ ਜਮ੍ਹਾਂ ਕਰ ਦਿੱਤੀ, ਤੂੰ ਲੈ ਕੇ ਕਿੱਥੋਂ ਆਇਆ? ਕਹਿੰਦਾ ਜੀ ਮੈਂ ਆਪਣੇ ਬਾਪੂ ਦੀ ਕਬਰ ਪੁੱਟ ਕੇ ਲੈ ਕੇ ਆਇਆ। ਕਿਉਂਕਿ ਰਾਜੇ ਹੁੰਦੇ ਆ ਜਿਹੜੇ ਝੂਠੇ ਹੁੰਦੇ ਆ, ਪਾਪ ਕਮਾਉਂਦੇ ਆ, ਪਾਪ ਕਰਦੇ ਆ। ਅੱਜ ਵੀ ਜਿਹੜਾ ਮਾਹੌਲ ਹੈ ਵੇਖਦੇ ਆ, ਦਿੱਲੀ ਦੇ ਵਿੱਚ ਹਰ ਥਾਂ ਦੇ ਉੱਤੇ ਧਰਨੇ ਵੀ ਲਾਏ ਜਾਂਦੇ, ਪਰ ਦਿੱਲੀ ਵਿੱਚ ਪੱਕਾ ਮੋਰਚਾ ਲੱਗੇ ਹੈ ਬਾਰਡਰ ਤੇ, ਸਰਕਾਰਾਂ ਨੂੰ ਜਗਾਉਣ ਵਾਸਤੇ, ਆਪਣੀਆਂ ਮੰਗਾਂ ਨੂੰ ਲੈ ਕੇ ਉੱਤੇ ਬੈਠੇ ਆ। ਸਾਲ ਹੋਣ ਵਾਲਾ ਹੈ, ਅਜੇ ਤੱਕ ਸਰਕਾਰਾਂ ਦੇ ਉੱਪਰ ਇੱਕ ਜੂੰ ਨਹੀਂ ਸਰਕੀ। ਕਿੰਨੇ ਵੀਰ ਭਰਾ ਭੈਣਾਂ ਮਾਤਾਵਾਂ ਇਸ ਧਰਨੇ ਵਿੱਚ, ਇਸ ਮੋਰਚੇ ਵਿੱਚ ਸ਼ਹੀਦ ਹੋ ਗਏ। ਤਾਂ ਗੁਰਮੁਖੋ, ਠੀਕ ਉਸੇ ਤਰ੍ਹਾਂ ਉਹ ਰਾਜਾ ਵੀ ਇਦਾਂ ਹੀ ਅਤਿਆਚਾਰ ਜ਼ੁਲਮ ਕਰਦਾ ਸੀ। ਉਹ ਕਹਿੰਦਾ ਬਈ ਕਿੱਥੋਂ ਲਿਆਇਆ? ਦੱਸਿਆ ਵੀ ਇਦਾਂ ਇਦਾਂ ਕਰਕੇ ਮੇਰੇ ਪਿਤਾ ਦੀ ਕਬਰ ਪੁੱਟੀ, ਉਹਦੇ ਵਿੱਚੋਂ ਇਹ ਰੁਪਈਆ ਮਿਲਿਆ, ਮੈਂ ਲੈ ਆਇਆ। ਅੱਛਾ, ਟੱਕਾ ਫੜ ਲਿਆ, ਉਹਨੂੰ ਬੰਦੀਖਾਨੇ ਵਿੱਚ ਕੈਦ ਕਰ ਦਿੱਤਾ। ਕਿਹੜਾ ਡੋੜਾ? ਬੰਦੀਖਾਨੇ ਵਿੱਚ ਕੈਦ ਕਰ ਦਿੱਤਾ। ਮਹਾਰਾਜ ਇਦਾਂ ਦਾ ਸਾਡਾ ਰਾਜ ਹੈ। ਉਹਨੇ ਤੇ ਸਾਰੀਆਂ ਕਬਰਾਂ ਪੁਟਾਤੀਆਂ, ਉਹ ਕਬਰਾਂ ਦੇ ਵਿੱਚੋਂ ਵੀ ਪੈਸੇ ਕਢਾ ਕਢਾ ਕੇ ਉਹਨੇ ਆਪਣੇ ਸ਼ਾਹੀ ਖਜ਼ਾਨੇ 'ਚ ਜਮ੍ਹਾਂ ਕਰਤੇ। ਜੇ ਕੋਈ ਉਹਨੂੰ ਪੀਰ ਫਕੀਰ ਮਿਲਣ ਵਾਸਤੇ ਹੁੰਦਾ ਹੈ, ਉਹ ਮਿਲਣ ਤੋਂ ਇਨਕਾਰ ਕਰ ਦਿੰਦਾ। ਕਿਉਂ? ਕਿਉਂਕਿ ਕੋਈ ਪੀਰ, ਕੋਈ ਫਕੀਰ, ਕੋਈ ਸਾਧੂ, ਕੋਈ ਮਹਾਤਮਾ ਨੂੰ ਪੈਸਾ ਨਾ ਦੇਣਾ ਪੈ ਜਾਏ। ਇਸ ਕਰਕੇ ਗੁਰੂ ਨਾਨਕ ਮਹਾਰਾਜ ਕਹਿੰਦੇ ਚੱਲ ਫਿਰ ਮਰਦਾਨਿਆਂ ਚੱਲੀਏ। ਤੁਰ ਪਏ, ਰਾਜੇ ਦੇ ਮਹੱਲਾਂ ਦੇ ਅੱਗੇ ਡੇਰਾ ਕਰ ਲਿਆ। ਹੁਣ ਹਰ ਰੋਜ਼ ਹੀ ਉਥੋਂ ਠੀਕਰਾਂ ਇਕੱਠੀਆਂ ਕਰਦੇ ਆ, ਰੋਡ ਕਹਿ ਲਈਏ। ਉਹ ਜਿਹੜਾ ਦਰਬਾਰ ਜੀ ਸੀ ਉਹਨੂੰ ਕਹਿੰਦੇ ਆ, ਉਹ ਤੇਰੇ ਮਾਲੇ ਔਰ ਮਰਦਾਨੇ ਸਤਿਗੁਰੂ ਨਾਨਕ ਮਹਾਰਾਜ ਉੱਥੇ ਠੀਕਰਾਂ ਠੀਮਾ ਰੋੜੇ ਇਕੱਠੇ ਕਰਦੇ ਆ। ਮਰਦਾਨੇ ਨੂੰ ਕਹਿੰਦੇ ਆ, ਜਾ ਮਰਦਾਨਿਆਂ ਜਾ ਭਾਈ, ਸੁਨੇਹਾ ਦੇ ਕੇ ਆ ਦਰਬਾਰ ਚੀਨ ਨੂੰ। ਕਹਿੰਦਾ ਮਹਾਰਾਜ ਕੀ? ਇਉਂ ਕਹਿਆ ਵੀ ਤੈਨੂੰ ਮਿਲਣ ਵਾਸਤੇ ਫਕੀਰ ਆਇਆ ਵੀ ਮਿਲ ਲੈ। ਨਾਲ ਇਹ ਵੀ ਕਹਿਦੀ ਵੀ ਤੇਰੇ ਕੋਲੋਂ ਕੁਝ ਨਹੀਂ ਲੈਣਾ, ਮਾਇਆ ਟੱਕਾ ਕੋਈ ਧਨ ਪਦਾਰਥ ਕੋਈ ਨਹੀਂ ਲੈਣਾ, ਤੈਨੂੰ ਸਿਰਫ ਓਨਲੀ ਮਿਲਣਾ ਹੀ ਮਿਲਣਾ ਹੈ। ਤੇ ਜਦੋਂ ਇਦਾਂ ਕਿਹਾ ਤਾਂ ਦਰਬਾਰ 'ਚ ਕਹਿੰਦਾ ਕੋਈ ਨਹੀਂ, ਮੈਂ ਪੁੱਛ ਕੇ ਆਉਂਦਾ। ਚਲਿਆ ਗਿਆ ਦਰਬਾਰ 'ਚ ਜਾ ਕੇ ਬਾਦਸ਼ਾਹ ਨੂੰ ਕਹਿੰਦਾ, ਬਾਦਸ਼ਾਹ ਜੀ ਤੁਹਾਨੂੰ ਕੋਈ ਫਕੀਰ ਮਿਲਣ ਆਇਆ ਹੈ, ਆ ਜਾਓ। ਕਹਿੰਦੇ ਉਹਨੂੰ ਕਹਦੇ ਮੇਰੇ ਕੋਲ ਸਭਾ ਨਹੀਂ ਹੈ, ਮੈਂ ਮਿਲਣਾ ਨਹੀਂ। ਜਦੋਂ ਕੋਈ ਫਕੀਰ ਦਾ ਨਾਂ ਸੁਣਦਾ ਸੀ ਨਾ, ਉਹ ਬਸ ਮਿਲਣ ਤੋਂ ਇਨਕਾਰ ਕਰ ਦਿੰਦਾ ਸੀ ਵੀ ਕਿਤੇ ਮਾਇਆ ਨਾ ਦੇਣੀ ਪੈ ਜਾਏ। ਫਿਰ ਦਰਬਾਰ 'ਚ ਹੀ ਕਹਿੰਦਾ ਮਹਾਰਾਜ ਉਹ ਮਾਇਆ ਨਹੀਂ, ਉਹ ਧਨ ਪਦਾਰਥ ਨਹੀਂ ਲੈਣਾ, ਉਹ ਤੇ ਸਿਰਫ ਤੁਹਾਨੂੰ ਮਿਲਣਾ ਉਹਨਾਂ ਨੇ। ਜਦੋਂ ਇਹ ਗੱਲ ਸੁਣੀ, ਸੁਣ ਕੇ ਕਹਿੰਦਾ ਚਲੋ ਮੈਂ ਮਿਲਣ ਆਉਣਾ ਹੈ। ਮੈਂ ਇੱਥੋਂ ਵਚਨ ਸ਼ੁਰੂ ਕੀਤਾ ਸੀ, ਦੁੱਖ ਵਿਛੋੜਾ। ਇੱਕ ਦੁੱਖ ਭੂਖ, ਇੱਕ ਦੁੱਖ ਹੈ ਜਿਹੜਾ ਵਿਛੋੜੇ ਦਾ, ਪਰਮਾਤਮਾ ਦੇ ਚਰਨਾਂ ਤੋਂ ਵਿਛੜਿਆਂ ਦਾ।
प्रभु की याद तो सखना पन भुख माया की तृष्णा तृष्णा ये मन साडा इहो जिहा मन लाख जोरे लखां वाला कहंदा हज़ारां करोड़ां आउण करोड़ां वाला कहंदा अरबां आउण अरबां वाला कहंदा खरबां होण। ते मेरे बालक जी बचन करदे आ लाख जोरे मन ना होरे परे परे की बादशाह। लखां वाला लाख जोरे मन ना होरे लखां वाला करोड़ां करोड़ां वाला अरबां अरबां वाला कहंदा खरबां होण। तां जिंदगी दा झट चंगा लंघदा है ते नहीं ते बस जिंदगी व्यर्थ है। जिंदगी सी जिहड़ी ਉਹ ਮਾਲਕ ਦੇ ਨਾਮ ਨਾਲ ਸਵਾਰਨੀ ਸੀ। ਅਸੀਂ ਤੇ ਦੁਨੀਆ ਦੇ ਨਾਮ ਵਿਸਾਰ ਲਗੇ ਅਨ ਲਾਲਚ ਬਿਰਥਾ ਜਨਮ ਪ੍ਰਾਣੀ। ਇਹ ਦੁਨੀਆ ਦੇ ਲਾਲਚਾਂ ਵਿੱਚ ਲੱਗ ਕੇ ਆਪਣੀ ਜ਼ਿੰਦਗੀ ਦੀ ਆਪਣੇ ਇਹ ਜੀਵਨ ਨੂੰ ਵਿਅਰਥ ਲੰਘਾਈ ਜਾ ਰਿਹਾ। ਫਿਰ ਦੂਜਾ ਬਚਨ ਤੁਹਾਡੇ ਨਾਲ ਸਾਂਝਾ ਕੀਤਾ ਸੀ ਬਾਣੀ ਵਿੱਚੋਂ। ਦੂਸਰਾ ਬਚਨ ਇੱਕ ਦੁੱਖ ਸਖਤ ਬਾਰ ਜਮਦੂਤ एक दुख रोग लगे तन ताए। तन का भाव है तन विच ते ये वो दुख है वो रोग है जो मनुख के शरीर विच आ चंबड़दा है। जब तक शरीर रोग पैदा करने वाले मानसिक रोग मौजूद हैं तेरी दवाई काट नहीं कर सकती, वो दुख दलिदड़ दूर नहीं कर सकती। ते मेरे मालक जी वैद न भोले दारू लाए। वैद भोले हे भोले अनजान वैद दारू नाल दवाई ना दे। हे भोले वैद तू दवाई ना दे किस किस रोग दा तू इलाज करेगा। साडे रोग जिंदगी नूं एडे वड्डे लगे है। कोई चिंता च डुबे है, कोई घर दे दुखां विच डुबे है, कोई अपने इस जिंदगी तो दुखी है। कोई तन दुखी, कोई मन दुखी, कोई चिंता चित उदास, कोई मन करके दुखी है, कोई तन करके तन नूं रो लगे, तन करके दुखी है, तन नूं रोग है। कोई चिंता करदा है, चिंता दा रोग है। ये सारे ही असी दुखी हाँ। उच्चा चढ़ के देखिया घर घर इहा अग। ਉੱਚੇ चढ़ के वेख्या भी मैं दुखी हाँ। जिहदा दुख देखे अगे वाले दा दुख सुनिया वो मेरे तो भी वध दुखी। नानक दुखिया सब संसार सारे ही दुखी आ। दुखी क्यों आ? परमेश्वर ते भुले आ व्यापन सभे रोग। बेमुख होए राम ते लगन जन्म बिजोग। तां दुखी आ। दुखी होने का कारण ही ये है साडे कोले समा नहीं है मालक नूं याद करन दा। साडे कोले समा नहीं है मालक नूं सिमरन दा। साडे कोले समा नहीं गुरुद्वारे जाण दा। साडे कोले समा नहीं है मालक दी याद विच जुड़न दा। तां दुखी आ। बाणी कहंदी जो सुख को चाहे सदा शरण राम की ले। जे तू सुख चाहना है वो सुख तां मिलने आ परमेश्वर की शरण विच आ जा। शरण विच आउण दा भाव की है? मालक की बाणी नूं पढ़ सुन समझ ते जदों तू पढ़े सुनेगा जिहड़े लालच ने वकार ने आपे खत्म हो जाने आ। मालक की बाणी ते हर थां तो बोलदी है, हर थां तो वरजदी है। जदों तू किसी का हक खाएगा, जदों बाणी पढ़ेगा फिर बाणी विच आउंदा हक पराया नानका उस सुर उस गाए गुर पीर हम तां परे जा मुरदार ना खाए। फिर तेनू समझ पै जानी है भी बाणी कहंदी है किसी का हक नहीं खांदा। जदों बाणी पढ़ेगा, बाणी सुनेगा ते बाणी नू समझेगा। फिर मालिक जी की बाणी तो अगे गल करिए। अगला बचन बाणी का किसे दा बुरा नहीं करेगा,
ਕਈ ਕਹਿੰਦੇ ਆ ਨਾ ਵੀ ਮੈਂ ਸੁਖੀ ਹੋਵਾਂ ਬਾਕੀ ਸਾਰੇ ਦੁਖੀ ਹੋਣ। ਬਾਣੀ ਕਹਿੰਦੀ ਹੈ ਪਰ ਕਾ ਬੁਰਾ ਨਾ ਰੱਖੋ ਚੀਤ, ਵੀ ਕਿਸੇ ਦਾ ਮਨ ਵਿੱਚ ਬੁਰਾ ਨਾ ਚਿੱਤ। ਕਈ ਇਦਾਂ ਦੇ ਮੈਂ ਵੇਖੇ ਆ ਆਪਣੇ ਆਪ ਤੋਂ ਇੰਨੇ ਦੁਖੀ ਨਹੀਂ ਵੀ ਜਿੰਨਾ ਦੂਜਾ ਸੁਖੀ ਦੇਖ ਕੇ ਦੁਖੀ ਹੁੰਦੇ ਆ। ਇੰਨੇ ਆਪਣੇ ਆਪ ਤੋਂ ਦੁਖੀ ਨਹੀਂ ਹੁੰਦੇ ਵੀ ਮੈਨੂੰ ਮਾਲਕ ਨੇ ਆਹ ਚੀਜ਼ ਨਹੀਂ ਦਿੱਤੀ, ਆਹ ਨਹੀਂ ਦਿੱਤੀ। ਉਹ ਇਦੋਂ ਵੱਧ ਤਾਂ ਦੁਖੀ ਆ ਵੀ ਆ ਇਹਨੇ ਇੰਨਾ ਕਿਵੇਂ ਬਣਾ ਲਿਆ। ਉਹ ਤੋਂ ਦੁਖੀ ਹੋਈ ਜਾਂਦੇ ਆ ਵੀ ਇਹਨੇ ਕਿਵੇਂ ਬਣਾ ਲਿਆ। ਉਹ ਮਿਹਨਤ ਕਰੋ ਭਾਈ, ਉਹ ਵੀਰ ਮਿਹਨਤ ਕਰਦਾ ਤੂੰ ਵੀ ਕਰ। ਮਿਹਨਤ ਦਾ ਫਲ ਹੁੰਦਾ ਹੈ। ਮਿਹਨਤਾਂ ਜਿਹੜੀਆਂ ਨੇ ਉਹ ਇੱਕ ਨਾ ਇੱਕ ਦਿਨ ਰੰਗਤ ਜ਼ਰੂਰ ਚਾੜਦੀਆਂ ਨੇ ਜਦੋਂ ਅਸੀਂ ਮਿਹਨਤ ਕਰਾਂਗੇ। ਸਾਡੇ ਬਜ਼ੁਰਗ ਬਾਪੂ ਪਹਿਲਾਂ ਕਿੰਨੀਆਂ ਕਿੰਨੀਆਂ ਮਿਹਨਤਾਂ ਕਰਦੇ ਸੀ। ਸਾਡੇ ਬਜ਼ੁਰਗ ਬਾਪੂ ਅੱਜ ਵੀ ਸਰੀਰ ਛੱਡਣ ਤੋਂ ਪਹਿਲਾਂ ਵੀ ਕਿੰਨੀ ਮਿਹਨਤ ਕਰਦੇ ਰਹੇ। ਬਾਪੂ ਬਕੰਦ ਸਿੰਘ ਕਿੰਨੀ ਮਿਹਨਤ, ਉਹਨਾਂ ਦੇ ਪੁੱਤਰ ਅੱਗੇ ਉਹ ਵੀ ਮਿਹਨਤ ਕਰਨੀ ਹੈ। ਜਿਹੜੀ ਇਹ ਜ਼ਿੰਦਗੀ ਦਾ ਇੱਕ ਸੁਭਾਅ ਬਣਾ ਲਓ। ਜ਼ਿੰਦਗੀ ਹੈ ਜਿਹੜੀ ਉਹਨੂੰ ਇੱਕ ਨਾ ਇੱਕ ਦਿਨ ਸਵਾਰ ਲਓ। ਇਹ ਰੰਗਤ ਜ਼ਰੂਰ ਦੇਗੀ। ਕਿਸੇ ਤੋਂ ਦੁਖੀ ਨਾ ਹੋ। ਉਹ ਐ ਵੇਖ ਵੀ ਉਹ ਸੁਖੀ ਕਿਵੇਂ ਹੋਇਆ। ਇੱਕ ਤੁਹਾਡੇ ਨਾਲ ਬਚਨ ਸਾਂਝਾ ਕਰਦਾ। ਸ਼੍ਰੀਮਾਨ ਸੰਤ ਬਾਬਾ ਬਲਵੰਤ ਸਿੰਘ ਜੀ ਰਤਵਾੜਾ ਸਾਹਿਬ ਵਾਲੇ ਉਹ ਸੁਣਾਉਂਦੇ ਹੁੰਦੇ, ਮੈਂ ਸੁਣਿਆ ਇੱਕ ਦਿਨ। ਇੱਕ ਗਰੀਬ ਸੀ, ਕਹਿੰਦਾ ਜੀ ਮੈਂ ਬੜਾ ਦੁਖੀ ਆ, ਮਹਾਂਪੁਰਸ਼ਾਂ ਕੋਲੇ ਚਲਿਆ ਗਿਆ, ਸੰਤਾਂ ਕੋਲੇ, ਰੱਬ ਦੇ ਪਿਆਰਿਆਂ ਕੋਲੇ। ਮੈਂ ਬੜਾ ਦੁਖੀ ਆ, ਮੈਨੂੰ ਰੋਟੀ ਵੀ ਨਹੀਂ ਜੁੜਦੀ, ਮੈਂ ਬੜਾ ਦੁਖੀ ਆ। ਉਹ ਕਹਿੰਦੇ ਇਦਾਂ ਕਰੀ, ਆ ਸਾਡੇ ਕੋਲ ਇੱਕ ਬਚਨ ਹੈ, ਬਾਣੀ ਦਾ ਸ਼ਬਦ ਹੈ, ਲੈ ਜਾ। ਜਦੋਂ ਤੂੰ ਇਹ ਬਾਣੀ ਦਾ ਸ਼ਬਦ ਨੂੰ ਪੜ੍ਹੇਗਾ, ਮਨ ਕਰਕੇ ਅਰਦਾਸ ਕਰੇਗਾ, ਜਿਹੜੀ ਤੂੰ ਚੀਜ਼ ਮੰਗੇਗਾ ਗੁਰੂ ਤੋਂ ਤੇਰੇ ਗਵਾਂਢੀ ਨੂੰ ਦੁੱਗਣੀ ਮਿਲੇਗੀ। ਉਹ ਕਹਿੰਦਾ ਮਹਾਰਾਜ ਮੈਂ ਗਵਾਂਢੀ ਤੋਂ ਕੀ ਲੈਣਾ, ਸੁਖੀ ਦੁਖੀ ਤਾਂ ਮੈਂ ਆ, ਮੈਨੂੰ ਸੁਖੀ ਕਰੋ। ਚੰਗਾ ਭਾਈ, ਇਹ ਬਚਨ ਹੈ, ਤੈਨੂੰ ਆ ਬਾਣੀ ਦਾ ਸ਼ਬਦ ਲੈ ਜਾ, ਤੈਨੂੰ ਮਿਲਣਾ ਹੈ। ਜਦੋਂ ਤੂੰ ਅਰਦਾਸ ਕਰੇਗਾ, ਜੋ ਮੰਗੈ ਠਾਕੁਰ ਆਪਣੇ ਤੇ ਸੋਈ ਸੋਈ ਦੇਵੈ। ਜਦੋਂ ਮੰਗਦੇ ਆ ਨਾ ਮਾਲਕ ਤੋਂ ਦਿੰਦਾ ਹੈ। ਗੁਰੂ ਤੋਂ ਸਾਡੇ ਕੋਲੇ ਮੰਗਣ ਦਾ ਚੱਜ ਹੋਵੇ। ਜਦੋਂ ਅਸੀਂ ਗੁਰੂ ਤੋਂ ਮੰਗਣਾ ਸਿੱਖ ਗਏ, ਕਿਸੇ ਚੀਜ਼ ਦੀ ਘਾਟ ਨਹੀਂ ਰਹਿੰਦੀ। ਕਹਿੰਦੇ ਵੀ ਫੇਰ ਲੈ ਗਿਆ ਘਰ। ਕਹਿੰਦਾ ਮਹਾਰਾਜ ਮੇਰਾ ਘਰ ਪੈ ਜਾਏ। ਗਵਾਂਢੀ ਦੀ ਕੋਠੀ ਬਣ ਗਈ। ਕੁਛ ਨਹੀਂ ਬੋਲਿਆ, ਠੀਕ ਹੈ। ਹੁਣ ਅੱਗੇ ਮੰਗਦਾ ਮੈਨੂੰ 2 ਮੱਝਾਂ ਮਿਲ ਜਾਣ, ਗਵਾਂਢੀ ਦੇ 4 ਹੋ ਗਈਆਂ। ਅੱਗੇ ਮੰਗਦਾ ਮੇਰੇ ਕੋਲੇ ਥੋੜੀ ਜ਼ਮੀਨ ਹੋ ਜਾਏ, ਗਵਾਂਢੀ ਕੋਲੇ ਤੋਂ ਦੁੱਗਣੀ ਜ਼ਮੀਨ ਹੋ ਗਈ। ਹੁਣ ਮਨ ਵਿੱਚ ਬੈਰ ਹੋ ਗਿਆ। ਜਿੱਥੇ ਕਹਿੰਦਾ ਸੀ ਵੀ ਮੈਂ ਤੇ ਰੋਟੀ ਖਾਣੀ ਹੈ, ਮੈਂ ਗਵਾਂਢੀ ਤੋਂ ਕੀ ਲੈਣਾ, ਮੈਂ ਸੁਖੀ ਹੋਵਾਂ, ਮੈਂ ਕਿਸੇ ਤੋਂ ਕੀ ਲੈਣਾ। ਕੀ ਹੋਇਆ? ਕਹਿੰਦਾ ਬਈ ਮੰਗਦਾ ਮੈਂ ਆ, ਭਜਨ ਬੰਦਗੀ ਮੈਂ ਕਰਦਾ, ਮਿਲਦਾ ਗਵਾਂਢੀ ਨੂੰ ਮੇਰੇ ਨਾਲੋਂ ਦੁੱਗਣਾ ਹੈ। ਇੱਕ ਦਿਨ ਆਪਣੀ ਘਰ ਵਾਲੀ ਨੂੰ ਕਹਿੰਦਾ ਭਾਗਵਾਨ ਨੇ ਅੱਜ ਏਦਾਂ ਦਾ ਮੰਗਾਂਗਾ, ਗਵਾਂਢੀ ਮੰਗਣ ਜੋਗਾ ਨਹੀਂ ਰਹੇਗਾ, ਉਹਨੂੰ ਮਿਲਣਾ ਹੀ ਨਹੀਂ, ਉਹ ਵਰਤਣ ਜੋਗਾ ਨਹੀਂ ਰਹੇਗਾ। ਕੀ ਮੰਗੋਗੇ? ਕਹਿੰਦਾ ਵੇਖ ਲਈ। ਪਾਠ ਪੂਜਾ ਕੀਤੀ, ਮਾਲਕ ਅੱਗੇ ਅਰਦਾਸ ਕੀਤੀ, ਕਹਿੰਦਾ ਮੇਰੀ ਘਰ ਅੱਗੇ 1 ਖੂਹ ਹੋ ਜੇ, ਪਤਾ ਸੀ ਗਵਾਂਢੀ ਦੇ ਘਰ ਅੱਗੇ 2 ਹੋ ਜਾਣੇ ਆ। ਫਿਰ ਮੰਗ ਮੰਗੀ, ਕਹਿੰਦਾ ਮੇਰੀ 1 ਅੱਖ ਕਾਣੀ ਹੋ ਜੇ, ਪਤਾ ਗਵਾਂਢੀ ਦੀਆਂ 2 ਹੋ ਜਾਣੀਆਂ ਨੇ। ਮਾਲਕ ਨੇ, ਪਰਮੇਸ਼ਰ ਨੇ ਕਿਹਾ। ਕਹਿਣ ਤੋਂ ਭਾਵ ਇਹ ਹੈ ਅਸੀਂ ਇੰਨੇ ਆਪਣੇ ਆਪ ਤੋਂ ਦੁਖੀ ਨਹੀਂ ਜਿੰਨਾ ਦੂਜੇ ਨੂੰ ਦੇਖ ਕੇ ਸੁਖੀ ਅਸੀਂ ਦੁਖੀ ਹੁੰਦੇ ਹਾਂ। ਪ੍ਰਤੱਖ ਹੈ, ਪ੍ਰਤੱਖ ਨੂੰ ਪ੍ਰਮਾਣ ਦੇਣ ਦੀ ਲੋੜ ਨਹੀਂ ਹੈ, ਸੱਚ ਹੈ। ਤੋ ਗੁਰਮੁਖੋ ਬਾਣੀ ਪੜ੍ਹੀਏ, ਸੇਵਾ ਕਰੀਏ, ਸਿਮਰਨ ਕਰੀਏ, ਮਾਲਕ ਦੀ ਯਾਦ ਵਿੱਚ ਜੁੜੀਏ। ਮਾਲਕ ਆਪਣੇ ਸੇਵਕਾਂ ਦੇ ਕਾਰਜ ਆਪੇ ਹੀ ਰਾਸ ਕਰਦਾ ਹੈ। ਜਿਹੜੀ ਚੀਜ਼ ਦੀ ਲੋੜ ਹੈ ਮਾਲਕ ਆਪੇ ਹੀ ਦਿੰਦਾ ਹੈ। ਜਦੋਂ ਸੰਸਾਰ ਵਿੱਚ ਆਏ ਸੀ ਮੁੱਠੀਆਂ ਮੀਚ ਕੇ ਆਏ ਸੀ, ਉਦੋਂ ਕੁਝ ਨਾਲ ਲੈ ਕੇ ਆਏ ਆ? ਨਹੀਂ ਲੈ ਕੇ ਆਏ।
ਜਿਹੜਾ ਇੱਥੇ ਕੁਝ ਬਣਾਇਆ ਲੈ ਕੇ ਇੱਥੋਂ ਵੀ ਕੁਝ ਨਹੀਂ ਜਾਣਾ, ਤੇ ਆਏ ਵੀ ਬਹੁਤ ਕੁਝ ਲੈ ਕੇ ਆ ਤੇ ਜਾਣਾ ਵੀ ਬਹੁਤ ਕੁਝ ਲੈ ਕੇ ਹੈ। ਇੱਕ ਇੱਕ ਸਵਾਸ ਹੈ ਜਿਹੜਾ ਬੜਾ ਅਮੋਲਕ ਹੈ, ਇੱਕ ਇੱਕ ਸਵਾਸ ਬੜਾ ਕੀਮਤੀ ਹੈ। ਇਹ ਜੇ ਆਪਾਂ ਇੱਕ ਸਿੱਧੀ ਜੀ ਗੱਲ ਕਰ ਲਈਏ ਵੀ ਇਹਨਾਂ ਸਵਾਸਾਂ ਦੀ ਕੀਮਤ ਵੀ ਨਹੀਂ ਮਿਲਣੀ ਜੇ ਕੀਮਤ ਪਾ ਲਈਏ ਨਾ। ਡਾਕਟਰ ਨੂੰ ਕਹੀਏ ਵੀ ਸਾਡਾ ਬਾਪੂ, ਸਾਡੀ ਬੇਬੇ, ਸਾਡਾ ਭਾਈ, ਚਾਚਾ, ਤਾਇਆ, ਨਾਨਾ, ਮਾਮਾ ਆਖਰੀ ਸਵਾਸਾਂ ਤੇ ਪਿਆ, ਇਹਦੇ ਵਿੱਚ ਥੋੜੇ ਸਵਾਸ ਪਾ ਦੇ, ਜਿੰਨੀ ਕੀਮਤ ਕਹੇ ਦੇ ਦੇਾਂਗੇ। ਉਹ ਕਹੇਗਾ ਮੈਂ ਇਹ ਨਹੀਂ ਕਰ ਸਕਦਾ, ਮੇਰੇ ਹੱਥ ਖੜੇ ਆ। ਇੱਕ ਇੱਕ ਸਵਾਸ ਬੜਾ ਕੀਮਤੀ ਹੈ, ਬੜਾ ਅਮੋਲਕ ਹੈ। ਅਮੋਲਕ ਦਾ ਭਾਵ ਹੈ ਜਿਹਦਾ ਮੁੱਲ ਨਹੀਂ ਹੈ। ਬਾਣੀ ਤੋਂ ਪੁੱਛੋ, ਇੱਕ ਇੱਕ ਸਵਾਸ ਅਮੋਲਕ ਹੀਰਾ, ਹੱਥ ਨਾ ਆਵੇਂ ਲੱਖੀ। ਇੱਕ ਇੱਕ ਸਵਾਸ ਬੜਾ ਅਮੋਲਕ ਹੈ, ਹੀਰਿਆਂ ਦੀ ਤਰ੍ਹਾਂ। ਲੱਖਾਂ ਤੇ ਕਰੋੜਾਂ ਦੇ ਵਿੱਚ ਵੀ ਖਰੀਦੀਏ ਨਹੀਂ ਮਿਲਣਾ, ਤੇ ਫਿਰ ਕਿਉਂ ਇਹ ਜ਼ਿੰਦਗੀ ਨੂੰ ਵਿਅਰਥ ਬੇਜਾਈ ਲੰਘਾਉਂਦਾ ਹੈ? ਇਹ ਤੋਂ ਕੁਝ ਲਾਹਾ ਲੈ। ਗੁਰੂ ਨਾਨਕ ਮਹਾਰਾਜ ਵੀ ਇਸੇ ਤਰ੍ਹਾਂ ਰਾਜੇ ਨੂੰ ਸਮਝਾਉਣ ਵਾਸਤੇ ਗਏ। ਸਾਨੂੰ ਵੀ ਹਰ ਰੋਜ਼ ਬਾਣੀ ਸਮਝਾਉਂਦੀ ਹੈ। ਮੇਰੇ ਮਾਲਕ ਜੀ ਕਹਿੰਦੇ ਭਾਈ ਕੀ ਕਹਿੰਦਾ ਮਰਦਾਨੇ ਨੂੰ? ਕਹਿੰਦੇ ਭਾਈ ਬਾਦਸ਼ਾਹ ਕੀ ਕਹਿੰਦਾ? ਜਾ ਕੇ ਫਿਰ ਪੁੱਛ ਕੇ ਆ ਦਰਬਾਰਚੀ ਨੂੰ ਕਿਹਾ ਵੀ ਸੁਨੇਹਾ ਲਾਤਾ? ਕਹਿੰਦੇ ਹਾਂ, ਤੁਹਾਨੂੰ ਸਵੇਰੇ ਬਾਦਸ਼ਾਹ ਜੀ ਮਿਲਣ ਵਾਸਤੇ ਆਉਣਗੇ। ਉਹ ਕਹਿੰਦੇ ਠੀਕ ਹੈ। ਸਵੇਰੇ ਵੀ ਗੁਰੂ ਨਾਨਕ ਮਹਾਰਾਜ ਜੀ ਮਹਿਲਾਂ ਵੱਲ ਨੂੰ ਪਿੱਠ ਕਰੀ ਹੈ ਤੇ ਉਧਰ ਨੂੰ ਇੱਕ ਝੋਲੀ ਕਰਕੇ ਉਹਦੇ ਵਿੱਚ ਰੋੜ ਪਾਈ ਜਾਂਦੇ ਆ। ਰੋੜ ਪਾਉਂਦੇ ਆ। ਉਹ ਰੋੜਾਂ ਨੂੰ ਇਕੱਠਾ ਕਰ ਰਹੇ ਨੇ। ਜਦੋਂ ਗੁਰੂ ਨਾਨਕ ਸਾਹਿਬ ਮਹਾਰਾਜ ਜੀ ਦੇ ਪਿੱਛੋਂ ਆਵਾਜ਼ ਦਿੱਤੀ ਰਾਜੇ ਨੇ, ਕੈਰੋਂ ਬਾਦਸ਼ਾਹ ਨੇ। ਕੈਰੋਂ ਤੇ ਹੋਰੋਂ ਦੋ ਭਾਈ ਹੋਏ ਆ। ਕੈਰੋਂ ਔਰ ਹੋਰੋਂ ਬਾਦਸ਼ਾਹ ਦੇ ਜੇ ਆਪਾਂ ਮਾਇਆ ਦੀ ਗਿਣਤੀ ਕਰੀਏ, ਵਿਦਵਾਨਾਂ ਨੇ ਦੱਸਿਆ ਵੀ ਜਿਵੇਂ ਮੰਡੀ ਦੇ ਵਿੱਚ ਆਪਾਂ ਕਣਕ ਲੈ ਜਾਈਏ, ਇੱਕ ਢੇਰ ਬਣਾ ਲਈਏ, ਇਧਰਲੀ ਸਾਈਡ ਤੋਂ ਖੜ ਕੇ ਦੂਜੇ ਪਾਸੇ ਵੇਖੀਏ ਨਾ ਵਿਖੇ, ਉਹਨੂੰ ਵਿਦਵਾਨਾਂ ਨੇ ਇੱਕ ਗੱਜ ਕਿਹਾ। ਇੱਕ ਗਜ਼, ਐਡੇ ਐਡੇ ਮਾਇਆ ਦੇ 40 ਗਜ਼ ਜੋੜੇ, 40 ਗੰਜ ਹੋਰੋਂ ਬਾਦਸ਼ਾਹ ਨੇ। ਕੈਰੋਂ ਬਾਦਸ਼ਾਹ ਨੇ 45, ਉਦੋਂ 5 ਵੱਧ ਜੋੜੇ। ਗੁਰੂ ਨਾਨਕ ਮਹਾਰਾਜ ਜੀ ਝੋਲੀ ਵਿੱਚ ਠੀਕਰਾਂ ਪਾਈ ਜਾਂਦੇ ਆ। ਉਹ ਠੀਕਰਾਂ ਜਦੋਂ ਝੋਲੀ 'ਚ ਪਾਉਂਦੇ ਆ, ਬਾਦਸ਼ਾਹ ਨੇ ਆਵਾਜ਼ ਦਿੱਤੀ ਆ। ਬਾਦਸ਼ਾਹ ਜੀ ਕਹਿੰਦੇ ਆ, ਫਕੀਰ ਜੀ ਮੈਨੂੰ ਬੁਲਾਇਆ ਸੀ, ਮੈਂ ਆ ਗਿਆ, ਦੱਸੋ ਕੀ ਹੁਕਮ ਹੈ? ਗੁਰੂ ਨਾਨਕ ਮਹਾਰਾਜ ਜੀ ਬੋਲੇ ਨਹੀਂ। ਦੂਜੀ ਵਾਰੀ ਫਿਰ ਆਵਾਜ਼ ਦਿੱਤੀ, ਭਾਈ ਐ ਫਕੀਰ ਜੀ ਸਾਡੇ ਕੋਲ ਸੁਨੇਹਾ ਆਇਆ ਸੀ, ਅਸੀਂ ਆ ਗਏ, ਦੱਸੋ ਕੀ ਹੁਕਮ ਹੈ? ਤੀਜੀ ਵਾਰੀ ਫਿਰ ਕਿਹਾ, ਫਿਰ ਕੀ ਕਿਹਾ ਵੀ ਐ ਫਕੀਰ ਜੀ ਮੈਂ ਦੁਨੀਆ ਦਾ ਬਾਦਸ਼ਾਹ, ਤੁਸੀਂ ਮੇਰੀ ਗੱਲ ਹੀ ਨਹੀਂ ਸੁਣਦੇ। ਕਈ ਹੁੰਦੇ ਆ ਨਾ ਆਪਣੀ ਆਕੜ ਵਿੱਚ ਹੁੰਦੇ ਆ ਵੀ ਮੈਂ ਵੱਡਾ। ਤੇ ਗੁਰੂ ਨਾਨਕ ਮਹਾਰਾਜ ਨੇ ਸਾਰਿਆਂ ਨੂੰ ਇੱਕੋ ਬਣਾਇਆ। ਇੱਕ ਰਾਜਾ ਆਵੇ, ਪ੍ਰਜਾ ਆਵੇ, ਭਾਵੇਂ ਪ੍ਰਜਾ ਦੇ ਵਿੱਚੋਂ ਕੋਈ ਆਵੇ, ਭਾਵੇਂ ਰਾਜਾ ਆਵੇ, ਗੁਰੂ ਨਾਨਕ ਦੇ ਘਰ ਵਿੱਚ ਸਾਰੇ ਇੱਕੋ ਥਾਵੇਂ ਬੈਠਣਗੇ। ਇੱਕੋ ਹੀ ਮਾਲਕ ਨੇ ਗੁਰੂ ਨਾਨਕ ਸਾਹਿਬ ਮਹਾਰਾਜ ਤੋਂ ਲੈ ਕੇ ਦਸ਼ਮੇਸ਼ ਪਿਤਾ ਤੱਕ, ਉਦੋਂ ਬਾਅਦ ਧੰਨ ਗੁਰੂ ਗ੍ਰੰਥ ਸਾਹਿਬ ਮਹਾਰਾਜ ਦੀ ਗੋਦ ਵਿੱਚ ਆਪਾਂ ਸਾਰੇ ਬੈਠੇ ਆ। ਤੇ ਕਦੇ ਨਹੀਂ ਵੇਖਿਆ ਹੋਣਾ ਵੀ ਦਰਬਾਰ ਸਾਹਿਬ ਦੇ ਵਿੱਚ ਕਿਤੇ ਵੀ ਵੱਡਿਆਂ ਵਾਸਤੇ ਸੋਫੇ ਲੱਗੇ ਆ ਜਾਂ ਕੋਈ ਉੱਚਾ ਪਲੰਘ ਲਾਇਆ। ਸਾਰਿਆਂ ਨੂੰ ਇੱਕੋ ਦ੍ਰਿਸ਼ਟੀ ਨਾਲ ਗੁਰੂ ਨਾਨਕ ਮਹਾਰਾਜ ਨੇ ਸਾਰਿਆਂ ਨੂੰ ਵੇਖਿਆ। ਜਿਵੇਂ ਮਾਂ ਦੇ ਪਿਓ ਦੇ 5-7 ਪੁੱਤਰ ਆਉਣ, ਉਹ ਇੱਕੋ ਨਜ਼ਰ ਨਾਲ ਵੇਖਦੇ ਆ 5-7 ਨੂੰ। ਗੁਰੂ ਨਾਨਕ ਮਹਾਰਾਜ ਵੀ ਸਾਰਿਆਂ ਨੂੰ ਇੱਕੋ ਨਜ਼ਰ ਨਾਲ ਵੇਖਦੇ ਆ। ਭਾਵੇਂ ਕੋਈ ਗਰੀਬ ਹੈ, ਭਾਵੇਂ ਕੋਈ ਅਮੀਰ ਹੈ, ਭਾਵੇਂ ਰਾਜ ਮਹੱਲਾਂ 'ਚ ਰਹਿੰਦਾ, ਭਾਵੇਂ ਕੋਈ ਝੌਂਪੜੀਆਂ 'ਚ ਰਹਿੰਦਾ,
गुरु नानक महाराज जी ने सारिਆਂ ਨੂੰ ਇੱਕੋ नज़र नाल वेखिया। जे कोई जुल्म करता सी उन्होंने समझाउण वास्ते गुरु नानक महाराज गए। जिथे भी कोई जुल्म करता सी उत्थे गुरु नानक महाराज गए। फिर हुण बादशाह जदों तीजी वारी कहा मैं आ गया, दसो जी की हुक्म है। महाराज कहंदे मेरे कोले समा नहीं है, मैं ठीमा कट्ठियां करदा, मैं जदों मरांगा संसार नूं छड्डांगा, ये ठीमा ये ठिकरियां नाल लेके जावांगा। जदों ये बचन कीता, हालांकि ये बचन गुरु नानक महाराज ने करना सी बादशाह नूं, बादशाह ने बचन गुरु नानक महाराज वाला कहा। कहंदे महाराज नाल ते शरीर भी नहीं जाना, तुसीं ते ठीमा कट्ठियां करदे हो, आखो सतनाम। जदों ये गल कही महाराज ने पल्ला सी जिहड़ा वो झाड़ दिता, बादशाह वाल मुख कर लिया। बादशाह नूं कहिंदे आ बादशाह ये ठीमा नाल नहीं जाणियां। कहंदा महाराज हाँ नहीं नाल जाणियां, तू सच कहना है। फिर जेड़े तैं 45 गंज माया दे जोड़े तू किथे लैके जाएगा, आखो सतनाम श्री वाह। तू किथे लैके जाएगा भलिया, दस खां। जदों ये वचन गुरु नानक महाराज ने कीता, दिल मोम बन गया। एक एक वचन गुरु नानक महाराज दा हिरदे नूं बिन्हदा जांदा है। गुरु नानक साहिब महाराज सच्चे पातशाह दे चरनां ते ढह पिया महाराज, क्योंकि ये पापां वाजों होवे ना ही मोया साथ ना जाई। ये माया जिहड़ी पापां तो बिना कत्तर नहीं हुंदी। ठीक है कोई धन मेहनत करदा है वखरी गल है, पर उदा गुरबाणी तो बाहर नहीं आपां जाना, बाणी दे मुताबिक पापां वाजों होवे ना ही। किवें किसे दा हक रख लिया, दिहाड़ी नहीं दित्ती, किसे दुकानदार ते गए उन्हें पूरा सौदा जिहड़ा वो महंगा तोल दिता। एक दी गल नहीं, सारियां नूं गुरु नानक महाराज ने कहा जिन्ने किते करदे आ, सारे कित्तियां वालियां नूं गुरु नानक महाराज ने समझाया भाई समझ जा, नाल ते तेरे दो चीजां जाणियां ने। मैं कहा सी ना पहला भी असीं लैके कुछ नहीं आए, लैके कुछ नहीं जाना। नाले भी कहा सी लैके भी बहुत कुछ आया ते लैके जाना भी बहुत कुछ है। लैके आया सवास सानू मिल गए, ये सवास असीं बेअर्थ बेजाई लंघाई जा रहे हैं। लंघाउंदे 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 असीं आखिरी सवासां ते चले जांदे आ। बचपन लंघ गया, जवानी आ गई, जवानी लंघी, बुढ़ेपा आ गया। सब नूं पता बुढ़ेपे विच जाना सब ने है, रहन वाला कोई नहीं है। उते कोई बचपन च भी चला जाता, कोई जवानी च भी चला जाता, पर यह है भी बुढ़ेपे विच आपां कहने आ भी जाना सब ने है। जिहड़ी मैं तुहाडे नाल गल जिहड़ा बचन साझा करना चाहुंदा वो ये है भाई, असी संसार विच आए सी सवास लैके, पर उन्हां सवासां दे द्वारा असी इस संसार विचों कुछ ना कुछ लाहा लैना सी। लाहा काहदा लैना सी? पुण्य दान करना सी। पुण्य दान जो बीजदे सब धर्म राए कै जाई। पुण्य दान बीजदे बीजदे जदों इस संसार तो जाने आ ना, फिर चित्रगुप्त जब लेखा मांगे क्या मुख लैके जाएगा, जो जमाए केस गए पट गए तादन कृष्णा बसाएगा। सिमरन भजन दया नहीं कीनी तो मुख झूठा खाएगा। उथे की मुख लैके जाएगा? संसार विच आए सी भाई कुछ ना कुछ इस जीवन तो लाहा लईए, ये जीवन नूं सवार लईए। ते जदों असीं मालिक दे फिर चरणां विच शरीर छड्ड के जावांगे, फिर उस मालिक दी दरगाह विच फिर लेखा जोखा होना है। लेखा जोखा होना ही होना हवाश है। लेखा देना सोहेला नहीं, जो दिल सूची होए वो साचे दीवान में पल्ला ना पकड़े कोई। उथे तेरा पल्ला परमेश्वर तो बिना किसी ने नहीं फड़ना।
परमेश्वर दी फिर भगती कर, बंदगी कर। आओ गुरमुखो, समा भी अपना नेड़े हो गया। समय दे दायरे विच रह के समाप्ति वल वधिए। मैं किथे भी जावां, कथा करन जावां, कीर्तन करन जावां, तां मैं समय दी जिहड़ी फिक्र रखदा भी समय दे नाल सारी, क्योंकि समय समय नाल सारियां चीज़ां चंगियां लगदियां ने। समा मेरा 12:30 तो 40 मिनट दा है। मैं इत्थे 50 करदे आ। जाण वाली संगत ने, सुनने वाली संगत, जिहड़ा आनंद नाल सुनिया जाए यही आनंद है। वाधू दा समा है ते सफल है, पर कईयां नूं बैठिया नहीं जांदा। कई कहंदे बाबा समाप्ति वो नहीं करदा, फिर इदां भी हो जांदा समय नाल, समय समय दे नाल। तो गुरमुखो फिर बादशाह महाराज दे चरणां 'च ढह के कहंदा, महाराज फिर मेरे ते किरपा करो, मैनूं बख्श दिओ, मैनूं समत दिओ, मैनूं मत दिओ। गुरु नानक महाराज कहंदे फिर इदां कर, जिहड़ी ये माया धन दौलत इकट्ठी कीती है ना, ਇਹਦੇ ਖੂਹ ਲਵਾ ਦੇ, ਇਹਦੇ ਨਾਲ ਗਰੀਬਾਂ ਦੇ ਘਰ ਪਾ ਦੇ, ਅਨਾਜ ਵੰਡ ਦੇ। ਇਹ ਮਾਇਆ ਇਦਾਂ ਹੀ ਸਾਰੀ ਖਰਚ ਕਰ ਦੇ। ਇਦਾਂ ਹੀ ਠੀਕ ਉਸੇ ਤਰ੍ਹਾਂ ਕੀਤਾ। ਫਿਰ ਸਤਿਗੁਰੂ ਜੀ ਦਾ ਗੁਰਸਿੱਖ ਬਣਿਆ, ਸੇਵਾਦਾਰ ਬਣਿਆ। ਰਹਿੰਦੀ ਜ਼ਿੰਦਗੀ ਪਿਛਲੀ ਉਮਰ ਗੁਨਾਹੀ ਬੀਤੀ, ਹਰ ਕੀ ਭਗਤ ਨਾ ਕੀਤੀ। ਅੱਗੇ ਸਮਝ ਚਲੋ ਆਨੰਦ ਲਾਲਾ ਪਾਤਸ਼ਾਹ, ਜੋ ਬੀਤੀ ਸੋ ਬੀਤੀ। पिछली उम्र गुनाह करदे आ, पाप करदे आ, लंघ गई जिहड़ी रह गई है, इहनूं कुछ सवार। जिवें कई वारी साडे घरां विच तत्कार हो जांदा है, तत्करार हो जांदा है कई गल्लां ते। साडे बजुर्ग बापू सियाणे बजुर्ग आउंदे आ, पिछली गल नूं छड्ड दिओ, मिट्टी पा दिओ, अगे वास्ते सोचो। इदां ही असीं भी पिछली उम्र जिहड़ी साडी गुनाह करदे आ, पाप करदे आ, लंघ गई। अगली उम्र जिहड़ी रह गई, इनू सवार ले। कोई पता नहीं क्या परवासा इस भांडे का, इतनक लागे ठनका। कोई भरोसा नहीं, कोई पता नहीं। मौत रूपी ठनका मिट्टी दे भांडे शरीर नू कदों लग जाना, किस मोड़ ते इन्हें मुक जाना है। क्या जानना है किवें मरेंगे, किसी नू पता भी किवें मरना है, कदों मरना है। क्या जानना है किवें मरेंगे, कैसा मरना होए। गुरु नानक महाराज सच्चे पातशाह कहते, जेकर साहिब मनो ना विसरै तां सहला मरना होए, फिर सुखाला मरना हो जाता है। आओ गुरमुखो, बुजुर्ग बापू मुकंद सिंह जी दे अंतिम अरदास विच शामिल होने वास्ते असीं तुसीं सारे पहुंचे आ। पहुंच करके आपो अपनी हाजरी लवाई है। तो बाणी का जिहड़ा बचन है, आओ गुरमुखो थोड़े समय दे 2-4 मिनटां विच 5 मिनटां विच आनंद साहिब दी शुरुआत हो जानी है। सो जिहड़े हजे तक नहीं पहुंचे भाई पहुंचो, अरदासां बेनतियां विच शामिल होवो। उन्हां दे परिवार तथा समूह परिवार वालों रल मिल करके बाणी दे पाठ प्रकाश घर विच कराए। सुनिया बाणी दा पाठ। मैं कई बारी कहना हुंदा ते बाणी दा पाठ घर विच करा लिया ते सुनना तां ही फायदा होएगा। डॉक्टर तो दवाई लियांदी लिया के लवांगे, उहदे परहेज करांगे तां काम करेगी। लिया के दवाई घर विच रखती वो तंदुरुस्त नहीं करेगी। इदां ही गुरु नानक महाराज दी बाणी है, जदों असीं बाणी नूं सुणांगे, समझांगे, पढ़ांगे, विचारांगे तां साडी जिंदगी आटोमैटिकली बदलदी एक दिन ऐसी बदल जाएगी, परमेश्वर दे नाम दे नाल जुड़ जाएगी। मैं गल कर रहा सी नाल नाल विछोड़े ते भी। विछोड़ा जेड़ा एक दुख रोग लगे तन ताए, ये वो दुख है, वो रोग है जो मनुख दे शरीर विच आ चिंबड़दा है। फिर वैद ना भोले दारू लाए, वैद ना भोले दारू लाए। हे भोले वैद तू दवाई ना दे, हे नदान हकीम तू मैनू कोई ऐसी असौधिया ना दे। दर्द होवे दुख रहे शरीर, रहन दा भाव टिकिया रहिंदा है। जिस दवाई दे वरतदियां फिर भी शरीर दा दुख दर्द टिकिया ही रहे।
ਪੀੜ ਜਾਂਦੀ ਨਹੀਂ ਅਤੇ ਦੇਹ ਦੀ ਤਕਲੀਫ ਜਾਰੀ ਹੈ, ਐਸੀ दारू ਲੱਗੈ ਨਾ ਵੀਰ। हे ਵੀਰ, हे ਭਰਾ, हे ਵੀਰ, ਲੱਗੈ ਨਾ, ਨਹੀਂ ਲੱਗਦਾ, ਨਹੀਂ ਪਾਉਂਦਾ, ਅਸਰ ਨਹੀਂ ਕਰਦਾ। हे ਅਣਜਾਣ ਵੈਦ, हे ਵੀਰ ਵੈਦ, ਅਜਿਹੀ ਦਵਾਈ ਦੇਣ ਦਾ ਕੋਈ ਲਾਭ ਨਹੀਂ ਜਿਹੜੀ ਦਵਾਈ ਨਾਲ ਸਾਡਾ ਸਰੀਰ ਤੰਦਰੁਸਤ ਨਾ ਹੋਵੇ, ਨਿਰੋਗ ਨਾ ਹੋਵੇ। ਖਸਮ ਵਿਸਾਰ ਕੀ ਰਸ ਭੋਗ। ਵਿਸਾਰ ਦਾ ਭਾਵ ਹੈ ਭੁੱਲ ਕੇ ਰਸ ਭੋਗਦਾ ਰਸਾਂ ਦੇ ਆ ਜ਼ਿੰਦਗੀ। ਨਾਮ ਵਿਸਾਰ ਲਗੈ ਅਨ ਲਾਲਚ, ਬਿਰਥਾ ਜਨਮ ਪਰਾਣੀ। ਇਹ ਜ਼ਿੰਦਗੀ ਬਿਰਥ ਵਿਅਰਥ ਲੰਘਾਈ ਜਾ ਰਹੀ ਹੈ। ਜਦੋਂ ਮਨੁੱਖ ਨੇ ਪ੍ਰਭੂ ਪ੍ਰਤੀ ਪਤੀ ਨੂੰ ਭੁਲਾ ਕੇ ਵਿਸ਼ੇ ਵਿਕਾਰਾਂ ਦੇ ਰਸ ਮਾਣ ਕੇ ਗੁਰੂ ਸ਼ੁਰੂ ਕਰ ਦਿੰਦੇ ਹੋ ਤਾਂ ਤਨ ਉੱਠ ਖਲੋਏ ਰੋਗ। ਉਹ ਰੋਗ ਸਾਡੇ ਤਨ ਦੇ ਖੜੇ ਹੋਣੇ ਸ਼ੁਰੂ ਹੋ ਜਾਂਦੇ ਆ, ਪੈਦਾ ਹੋ ਜਾਂਦੇ ਆ ਕਈ ਰੋਗ। ਨੋਟ ਕਰਿਓ, ਲਫ਼ਜ਼ ਰੋਗ ਇੱਕ ਬਚਨ ਹੈ, ਲਫ਼ਜ਼ ਰੋਗ ਦਾ ਬਹੁਵਚਨ ਹੈ। ਤਾਂ ਉਸ ਦੇ ਸਰੀਰ ਵਿੱਚ ਬਿਮਾਰੀਆਂ ਪੈਦਾ ਹੋਣ ਲੱਗ ਜਾਂਦੀਆਂ ਨੇ, ਅਵਸ਼ ਹੀ ਹੈ। ਕਿਉਂਕਿ ਗੁਰਬਾਣੀ ਇਸ ਗੱਲ ਦੀ ਹਾਮੀ ਭਰਦੀ ਹੈ, ਭਾਈ ਪ੍ਰਾਪਤ ਮਨੁੱਖ ਦੇ ਹੁਰੀਆ ਗੋਬਿੰਦ ਮਿਲਣ ਕੀ, ਇਹ ਤੇਰੀ ਵਰੀ ਆ। ਫਿਰ ਇੱਥੋਂ ਤੱਕ ਇਹ ਵੀ ਕਿਹਾ ਵੀ ਤੇਰੀ ਜਿਹੜੀ ਮੱਤ ਹੈ ਪਾਪਾਂ ਨਾਲ ਭਰ ਗਈ ਹੈ। ਜਿਵੇਂ ਅਸੀਂ ਕੱਪੜਾ ਸਾਬਣ ਨਾਲ ਧੋ ਲਈਦਾ, ਭਾਂਡੇ ਆ ਉਹ ਧੋ ਲੈਂਦੇ ਆ, ਸਾਫ਼ ਹੋ ਜਾਂਦੇ ਆ। ਇਹ ਤੇ ਭਾਂਡੇ ਬਸਤਰ ਸਾਬਣ ਸਰਫ ਇਤਿਆਦਿਕ ਨਾਲ ਸਾਫ਼ ਹੋ ਜਾਣਗੇ। ਆ ਜਿਹੜੀ ਤੇਰੇ ਮਨ ਨੂੰ ਜਨਮਾਂ ਜਨਮਾਤਰਾਂ ਦੀ ਮਲ ਲੱਗੀ ਹੈ, ਜਨਮ ਜਨਮ ਕੀ ਇਸ ਮਨ ਕੋ ਮਲ ਲਾਗੀ। ਕਾਲਾ ਹੋਆ ਸਿਆਹ ਹੋ, ਖਨਲੀ ਧੋਤੀ ਉਜਲੀ ਨਾ ਹੋਵੇ, ਜੇ ਸੌ ਧੋਵਣ ਪਾਹੋ। ਜੇ 100 ਧੋਵੀਂ ਪਾ ਦੇਵੇਂ, ਇਹ ਜ਼ਿੰਦਗੀ ਦੇ ਵਿੱਚ ਕੀਤੇ ਹੋਏ ਕਰਮ ਨਿਰਮਲ ਨਹੀਂ ਹੋਣਗੇ, ਸਾਫ਼ ਨਹੀਂ ਹੋਣਗੇ। ਫਿਰ ਗੁਰੂ ਨਾਨਕ ਮਹਾਰਾਜ ਤੋਂ ਪੁੱਛੋ, ਭਾਈ ਪ੍ਰਾਪਤ ਮਨੁੱਖ ਦੇ ਹੁਰੀਆ ਗੋਬਿੰਦ ਮਿਲਣ ਕੀ, ਇਹ ਤੇਰੀ ਵਰੀ ਹੈ। ਤੈਨੂੰ ਸਰੀਰ ਦਿੱਤਾ, ਵਾਰੀ ਦਿੱਤੀ ਹੈ, ਵਾਰੀ ਨੂੰ ਕਿਤੇ ਖੁੰਝਾ ਨਾ ਦਈ, ਇਹ ਤੂੰ ਕੁਝ ਲਾਹਾ ਲੈ ਲੈ। ਫਿਰ ਮੇਰੇ ਮਾਲਕ ਜੀ ਕਹਿੰਦੇ, ਭਰੀਐ ਮਤ ਪਾਪਾਂ ਕੈ ਸੰਗ, ਉਹ ਧੋਪੈ ਨਾਵੇਂ ਕੈ ਰੰਗ। ਪਰਮੇਸ਼ਰ ਦੇ ਨਾਮ ਨਾਲ, ਪਰਮੇਸ਼ਰ ਦੀ ਬੰਦਗੀ ਨਾਲ ਇਸ ਮਨ ਨੂੰ ਨਿਰਮਲ ਕਰ ਲੈ, ਸਾਫ਼ ਕਰ ਲੈ। ਦੇ ਸਾਬੂਨ ਲਈਏ ਉਤੋਂ, ਜਿਵੇਂ ਕੱਪੜਾ ਸਾਬਣ ਨਾਲ ਧੋਤਾ ਜਾਂਦਾ ਹੈ। ਭਰੀਏ ਮਤ ਪਾਪਾਂ ਕੈ ਸੰਗ, ਜਿਹੜੀ ਮਤ ਪਾਪਾਂ ਨਾਲ ਭਰ ਗਈ ਉਹ ਧੋਪੈ ਨਾਵੇਂ ਕੈ ਰੰਗ। ਨਾਮ ਦੇ ਰੰਗ ਵਿੱਚ ਜੁੜ ਜਾ, ਨਾਮ ਦੇ ਰੰਗ ਨਾਲ ਤੇਰਾ ਮਨ ਸਾਫ਼ ਹੋ ਜਾਏਗਾ, ਕੰਚਨ ਵਰਗਾ ਹੋ ਜਾਏਗਾ। ਮਨ ਅੰਧੇ ਕੋ ਮਿਲਿਆ ਸਜਾਏ, ਕੁਰਾਹੇ ਪਏ ਮਨੁੱਖ ਨੂੰ ਸਾਰੇ ਸਹੀ ਰਸਤੇ ਤੇ ਪਾਣ ਲਈ ਇਸ ਦੇ ਮਾਇਆ ਮੋਹ ਵਿੱਚ ਅੰਨੇ ਹੋਏ ਮਨ ਨੂੰ ਸਰੀਰ ਰੋਗਾਂ ਦੀ ਰਾਹੀਂ ਸਜ਼ਾ ਮਿਲਦੀ ਹੈ। ਮੇਰੇ ਮਾਲਕ ਜੀ ਕਹਿੰਦੇ, ਵੈਦ ਨਾ ਭੂਲੇ दारू ਲਾਏ। ਜੋ हे ਅਣਜਾਣ ਵੈਦ, ਸਰੀਰ ਰੋਗਾਂ ਨੂੰ ਦੂਰ ਕਰਨ ਵਾਸਤੇ ਦਿੱਤੀ ਤੇਰੀ ਦਵਾਈ ਦਾ ਕੋਈ ਲਾਭ ਨਹੀਂ। ਵਿਸ਼ੇ ਵਿਕਾਰਾਂ ਦੇ ਕਾਰਨ ਇੱਕ ਰੋਗ ਤਾਂ ਮੁੜ ਮੁੜ ਪੈਦਾ ਹੋ ਜਾਣਗੇ। ਚੰਦਨ ਕਾਫਲ ਚੰਦਨ ਵਾਸ, ਚੰਦਨ ਦਾ ਰੁੱਖ ਤਦੋਂ ਤੱਕ ਚੰਦਨ ਹੈ ਜਦ ਤੱਕ ਵਿੱਚ ਚੰਦਨ ਦੀ ਸੁਗੰਧੀ ਹੈ। ਜਦੋਂ ਸੁਗੰਧੀ ਖਤਮ ਹੋ ਗਈ, ਉਹ ਚੰਦਨ ਨਹੀਂ ਰਹਿੰਦਾ, ਉਹ ਤੇ ਆਮ ਲੱਕੜ ਬਣ ਜਾਂਦੀ ਹੈ। ਮਾਨਸ ਕਾਫਲ ਘਟ ਮਹਿ ਸਾਸ, ਘਟ ਭਾਵੇਂ ਕਹਿੰਦੇ ਆ ਸਰੀਰ, ਸਾਸ ਕਹਿੰਦੇ ਆ ਸਾਹ। ਮਨੁੱਖ ਸਰੀਰ ਤਦੋਂ ਤੱਕ ਮਨੁੱਖਾ ਸਰੀਰ ਹੈ ਜਦ ਤੱਕ ਇਹ ਸਰੀਰ ਵਿੱਚ ਸਾਹ ਚੱਲਦਾ ਹੈ। ਸਰੀਰ ਤਦ ਤੱਕ ਕਹਿੰਦੇ ਆ, ਉਦੋਂ ਬਾਅਦ ਤੇ ਕਹਿੰਦੇ ਆ ਵੀ ਲੋਥ ਕਹਿੰਦੇ ਆਪਾਂ। ਪ੍ਰਤੱਖ ਹੈ, ਕੋਈ ਇਹ ਝੂਠ ਨਹੀਂ ਹੈ, ਸੱਚ ਹੈ। ਫਿਰ ਮੇਰੇ ਮਾਲਕ ਜੀ ਕਹਿੰਦੇ, ਭਾਈ ਸਾਸ ਗਾਏ ਕਾਇਆ ਟਲ ਪਾਏ। ਸਵਾਸ ਨਿਕਲ ਜਾਣ ਤੇ ਸਰੀਰ ਮਿੱਟੀ ਹੋ ਜਾਂਦਾ ਹੈ। ਇਹੋ ਤਨ ਹੋਏਗੋ ਭਸਮ ਕੀ ਢੇਰੀ, ਇਹ ਫਿਰ ਮਿੱਟੀ ਦੀ ਢੇਰੀ ਬਣ ਜਾਣੀ ਹੈ। ਮੇਰੇ ਮਾਲਕ ਜੀ ਕਹਿੰਦੇ, ਤਾਕੈ ਪਾਛੈ ਕੋਈ ਨਾ ਖਾਏ। ਤਾਕੈ ਪਾਛੈ ਦਾ ਭਾਵ ਹੈ ਸਿਰ ਦੇ ਮਿੱਟੀ ਹੋ ਜਾਣ ਪਿੱਛੋਂ ਕੋਈ ਵੀ ਮਨੁੱਖ, ਸਰੀਰ ਦੇ ਮਿੱਟੀ ਹੋ ਜਾਣ ਪਿੱਛੋਂ ਕੋਈ ਵੀ ਮਨੁੱਖ ਦਵਾਈ ਨਹੀਂ ਖਾਂਦਾ। ਪਰ ਇਹ ਸਰੀਰ ਵਿੱਚੋਂ ਨਿਕਲ ਜਾਣ, ਜਦੋਂ ਆਤਮਾ ਨਿਕਲ ਗਈ, ਭੌਰ ਉਡਾਰੀ ਭਰ ਗਿਆ, ਜੀਵ ਆਤਮਾ ਤਾਂ ਵਿਛੋੜਾ ਅਤੇ ਤ੍ਰਿਸ਼ਨਾ ਆਦਿਕ ਰੋਗਾਂ ਨਾਲ ਗੁੱਸਿਆ ਹੋਇਆ ਹੀ ਜਾਂਦਾ ਹੈ। ਇਹ ਵੈਦ ਦਵਾਈ ਦੀ ਅਸਲ ਲੋੜ ਤਾਂ ਉਸ ਜੀਵ ਆਤਮਾ ਨੂੰ, ਉਹ ਤਾਂ ਨਿਕਲ ਗਈ। ਇਸ ਕਰਕੇ ਕੰਚਨ ਕਾਇਆ ਨਿਰਮਲ ਹੰਸ,
ਕੰਚਨ ਕਾਇਆ ਸੋਨੇ ਵਰਗਾ ਸਰੀਰ ਨਿਰਮਲ ਵਿਕਾਰਾਂ ਤੋਂ ਬਚਿਆ ਹੋਇਆ ਹੰਸ ਜੀਵ ਆਤਮਾ ਬਣ ਜਾਂਦਾ ਹੈ। ਜਿਸ ਮੈਂ ਨਾਮ ਨਿਰੰਜਨ ਅੰਸ, ਜਿਸ ਮਨੁੱਖ ਜਿਸ ਸਰੀਰ ਵਿੱਚ ਪ੍ਰਮਾਤਮਾ ਦਾ ਨਾਮ ਵਸਦਾ ਹੈ, ਪ੍ਰਮਾਤਮਾ ਦੀ ਜੋਤ ਲਿਸ਼ਕਾਰਾ ਮਾਰਦੀ ਹੈ, ਤੇ ਉਹਨੂੰ ਅਸੀਂ ਕੀ ਕਹਿੰਦੇ ਆ? ਉਹ ਭਾਈ ਫਲਾਣਾ ਸਿੰਘ, ਫਲਾਣਾ ਭਾਈ ਫਲਾਣਾ ਸਿੰਘ। ਤੇ ਜਦੋਂ ਸਰੀਰ ਵਿੱਚੋਂ ਨਿਕਲ ਜਾਂਦੀ ਹੈ ਆਤਮਾ, ਫਿਰ ਕਹਿੰਦੇ ਮਿੱਟੀ ਦੀ ਟੇਡੀ ਹੈ। ਦੁੱਖ ਰੋਗ ਸਭ ਗਿਆ ਗਵਾਏ। ਉਹ ਜੀਵ ਆਤਮਾ ਆਪਣੇ ਸਾਰੇ ਰੋਗ ਦੂਰ ਕਰਕੇ ਇੱਥੋਂ ਜਾਂਦਾ ਹੈ। ਨਾਨਕ ਛੁੱਟ ਸੱਚ ਹੈ ਲਾਏ। ਮੇਰੇ ਮਾਲਕ ਜੀ ਕਹਿੰਦੇ, ਹੇ ਨਾਨਕ, ਸਦਾ ਕਾਇਮ ਰਹਿਣ ਵਾਲੇ ਪ੍ਰਮਾਤਮਾ ਦੇ ਨਾਮ ਵਿੱਚ ਜੁੜ ਕੇ ਇਹ ਜੀਵ ਆਤਮਾ ਤ੍ਰਿਸ਼ਨਾ ਆਦਿਕਾਂ ਰੋਗਾਂ ਤੋਂ ਖਲਾਸੀ ਹਾਸਲ ਕਰ ਲੈ। ਸੱਚੇ ਨਾਮ ਦੇ ਰਾਹੀਂ ਹੇ ਨਾਨਕ ਉਹ ਬਖਸ਼ੰਦ, ਉਹ ਦਇਆ, ਦੀਨ ਦਿਆਲ ਪ੍ਰਮਾਤਮਾ ਨਾਲ ਜੁੜ ਜਾ। ਔਗਣ ਕੋ ਨਾ ਚਿਤਾਰਦਾ ਗਲ ਸੇਤੀ ਲਾਇਕ। ਉਹ ਪਰਮੇਸ਼ਰ ਫਿਰ ਸਾਡੇ ਔਗਣਾਂ ਨੂੰ ਤੱਕਦਾ ਨਹੀਂ। ਜਿੰਨੇ ਮਰਜੀ ਅਸੀਂ ਜ਼ਿੰਦਗੀ ਵਿੱਚ ਕੁਕਰਮ ਕੀਤੇ, ਮਾਲਕ ਉਹ ਕਰਮਾਂ ਨੂੰ ਤੱਕਦਾ ਨਹੀਂ, ਫਿਰ ਵੀ ਸਾਨੂੰ ਬਖਸ਼ ਦਿੰਦਾ ਹੈ। ਆਓ ਗੁਰਬਖੋ, ਆਪਾਂ ਸਾਰੇ ਰਲ ਕੇ ਉਸ ਵਿਛੜੀ ਆਤਮਾ ਪ੍ਰਤੀ ਇਕੱਠੇ ਹੋਏ ਆ। ਇਕੱਠੇ ਹੋਣ ਉਪਰੰਤ ਸਾਰੇ ਜਾਣਿਆਂ ਨੇ ਰਲ ਕੇ ਅਰਦਾਸ ਕਰਨੀ ਹੈ। ਅਰਦਾਸ ਦਾ ਭਾਵ ਇਹ ਹੈ, ਵਿਛੜੀ ਆਤਮਾ ਪ੍ਰਤੀ ਆਪਾਂ ਸਾਰਿਆਂ ਨੇ ਰਲ ਕੇ ਅਰਦਾਸ ਇਹੋ ਕਰਨੀ ਹੈ, ਦੇਹੋ ਸਜਣ ਅਸੀਸੜੀਆਂ, ਜੇ ਹੋਵੇ ਸਾਹਿਬ ਸਿਓ ਬੇਲ। ਐ ਮਾਲਕ ਜੀ, ਵਿਛੜੀ ਹੋਈ ਆਤਮਾ ਨੂੰ ਆਪਣੇ ਚਰਨਾਂ ਨਾਲ ਲਾ ਕੇ ਰੱਖਣਾ, ਆਵਾਗਮਨ ਦੇ ਚੱਕਰ ਤੋਂ ਬਚਾ ਕੇ ਰੱਖਣਾ, ਪਿੱਛੇ ਪਰਿਵਾਰ ਸਾਖ ਸੰਬੰਧੀਆਂ ਨੂੰ ਭਾਣਾ ਮੰਨਣ ਦਾ ਬਲ ਉਦਮ ਬਖਸ਼ਿਸ਼ ਕਰਨਾ। ਕਹਿਣ ਤੋਂ ਭਾਵੇਂ ਇਕੱਠੇ ਹੋਣ ਦਾ, ਜਿਹੜੀ ਇਕੱਠੇ ਹੋਣ ਦੇ ਵਿੱਚ ਇਹ ਸੰਗਤ ਬਣ ਜਾਂਦੀ ਹੈ। ਤੇ ਫਿਰ ਜਦੋਂ ਗੁਰੂ ਸ਼ਰਾਬ ਦੇ ਦਿੰਦਾ ਹੈ, ਸੰਗਤ ਅਰਦਾਸ ਕਰਕੇ ਬਖਸ਼ਾ, ਜਦੋਂ ਗੁਰੂ ਸ਼ਰਾਬ ਦੇ ਸੰਗਤ ਅਰਦਾਸ ਕਰਕੇ ਬਖਸ਼ਾ ਦਿੰਦੀ ਹੈ। ਜਦੋਂ ਸੰਗਤ ਕੋਈ ਬਚਨ ਗੁਰੂ ਨਾਨਕ ਨੂੰ ਕਰਦੀ ਹੈ, ਫਿਰ ਸੰਗਤ ਦਾ ਬਚਨ ਗੁਰੂ ਨਾਨਕ ਮਹਾਰਾਜ ਮੋੜਦੇ ਨਹੀਂ, ਉਹਨਾਂ ਨੂੰ ਮੰਨਣਾ ਪੈਂਦਾ ਹੈ। ਇਸ ਕਰਕੇ ਸੰਗਤ ਇਕੱਠੀ ਕਰਨ ਦਾ ਭਾਵ ਹੀ ਇਹ ਹੈ। ਸੋ ਆਓ ਗੁਰਮੁਖੋ, ਇਹ ਜ਼ਿੰਦਗੀ ਹੈ, ਇਹ ਜਿਹੜਾ ਸਰੀਰ ਮਿਲਿਆ ਸਾਨੂੰ, ਇਹ ਜ਼ਿੰਦਗੀ ਵਿੱਚ ਲੰਘਦੇ ਆ, ਕਿਤੇ ਨਾ ਕਿਤੇ ਸਾਡੇ ਕੋਲੋਂ ਕੋਈ ਨਾ ਕੋਈ ਭੁੱਲ ਹੋ ਜਾਂਦੀ ਹੈ। ਕਿਉਂਕਿ ਪਰਮੇਸ਼ਰ ਦੇ ਨਾਲ ਜੇ ਗੱਲ ਕਰੀਏ, ਅਸੀਂ ਲੇਖੇ ਕਤੇ ਨਾ ਛੁੱਟੀਏ, ਖਿਨ ਖਿਨ ਭੁੱਲਣ ਹਾਰ। ਜੇ ਮਾਲਕ ਸਾਡੇ ਨਾਲ ਲੇਖਾ ਕਰਨ ਲੱਗ ਜਾਏ, ਅਸੀਂ ਕਦੇ ਛੁੱਟ ਹੀ ਨਹੀਂ ਸਕਦੇ। ਕਿਉਂਕਿ ਪੈਰ ਪੈਰ ਤੇ ਖਿਨ ਖਿਨ ਤੇ ਅਸੀਂ ਇੰਨੇ ਗੁਨਾਹ ਕਰਦੇ ਆ। ਜੇ ਪਰਮੇਸ਼ਰ ਸਾਡੇ ਨਾਲ ਲੇਖਾ ਜੋਖਾ ਕਰਨ ਲੱਗ ਜਾਏ, ਲੇਖਾ ਕਤੇ ਨਾ ਛੁੱਟੀਏ, ਖਿਨ ਖਿਨ ਭੁੱਲਣ ਹਾਰ। ਬਖਸ਼ਣ ਹਾਰ ਹੈ, ਬਖਸ਼ ਲੈ ਨਾਨਕ ਪਾਰ ਉਤਾਰ। ਐ ਗੁਰੂ ਨਾਨਕ ਮਹਾਰਾਜ ਜੀ ਇਸ ਜੀਵ ਆਤਮਾ ਨੂੰ ਭਵ ਸਾਗਰ ਸੰਸਾਰ ਤੋਂ, ਇਸ ਜੀਵ ਆਤਮਾ ਨੂੰ ਤਾਰ ਕੇ ਆਪਣੇ ਚਰਨਾਂ ਨਾਲ ਲਾ ਕੇ ਰੱਖਣਾ, ਪਿੱਛੇ ਪਰਿਵਾਰ ਸਾਥ ਸੰਬੰਧੀਆਂ ਨੂੰ ਭਾਣਾ ਮੰਨਣ ਦਾ ਬਲ ਉਦਮ ਬਖਸ਼ਿਸ਼ ਕਰਨਾ। ਸੋ ਸਮਾਂ ਤਾਂ ਮੇਰਾ ਪਹਿਲਾਂ ਹੀ ਹੋ ਗਿਆ ਸੀ, ਹੁਕਮ ਹੋਇਆ ਸੀ 5-4 ਮਿੰਟ ਹੋਰ ਬਾਬਾ ਜੀ ਵੱਧ ਲਾ ਦਿਓ, ਤਾਂ ਲਾਉਣੇ ਪੈ ਗਏ ਭਾਈ। ਸੋ ਇੰਨੀ ਬੇਨਤੀਆਂ ਨੂੰ ਪ੍ਰਵਾਨ ਕਰਿਓ, ਕਿਉਂਕਿ ਸਥਿਤਾ ਹੋਇਆ ਸਮਾਂ ਜਿਹੜਾ, ਕਿਉਂਕਿ ਵਕਤ ਵਿਚਾਰੇ ਸੋ ਬੰਦਾ ਹੋਏ। ਵਕਤ ਦੀ ਕਦਰ ਸਾਨੂੰ ਕਰਨੀ ਚਾਹੀਦੀ ਹੈ, ਵਕਤ ਸਾਡੀ ਕਦਰ ਨਹੀਂ ਕਰਦਾ, ਉਹ ਤੇ ਆਪਣੀ ਚਾਲ ਲੰਘਦਾ ਜਾਂਦਾ। ਸੋ ਆਓ ਗੁਰਮੁਖੋ, ਜਿੰਨੇ ਪਹੁੰਚੇ ਉਹ ਸਾਰਿਆਂ ਦਾ ਧੰਨਵਾਦ ਹੈ। ਜਿਉਂ ਐ ਆਖਿਆ ਜਾਂਦਾ ਹੈ, ਕੁਟਨ ਕੁਟਾਨ ਧੰਨਵਾਦ ਗੁਰੂ ਗ੍ਰੰਥ ਸਾਹਿਬ ਮਹਾਰਾਜ ਜੀ ਦਾ, ਜਿਨ੍ਹਾਂ ਨੇ 8 ਦਿਨ ਪਰਿਵਾਰ ਦੇ ਘਰ ਰਹਿ ਕੇ ਨਾਮ ਦਾ ਪ੍ਰਭਾਵ ਚਲਾਇਆ। ਪਰਿਵਾਰ ਨੇ, ਉਹਨਾਂ ਦੇ ਪੁੱਤਰਾਂ ਨੇ, ਉਹਨਾਂ ਦੀਆਂ ਨੂੰਹਾਂ ਨੇ, ਬਾਪੂ ਜੀ ਦੀਆਂ ਪੋਤੀਆਂ ਨੇ, ਬਾਪੂ ਜੀ ਦੇ ਸਾਰੇ ਪਰਿਵਾਰ ਨੇ ਰਲ ਕੇ ਸੇਵਾ ਕੀਤੀ। ਸਤਿਗੁਰੂ ਜੀ ਪਰਿਵਾਰ ਦੀ ਕੀਤੀ ਹੋਈ ਸੇਵਾ ਸਫਲੀ ਕਰਨ, ਠਾਏ ਪਾਉਣ, ਕੀਤਾ ਹੋਇਆ ਸਾਰਾ ਪੁੰਨਦਾਨ ਉਸ ਆਤਮਾ ਨੂੰ ਬਖਸ਼ਿਸ਼ ਕਰਨ, ਉਹ ਭਵਸਾਗਰ ਸੰਸਾਰ ਤੋਂ ਉਹ ਪ੍ਰਮਾਤਮਾ ਦੇ ਨਾਲ ਜੁੜ ਜਾਣ। ਆਓ ਜੀ, ਇੰਨੀ ਕੁ ਸਮਾਪਤੀ, ਇੱਥੇ ਸਮਾਪਤੀ, ਇੰਨੀਆਂ ਕੁ ਵਚਨਾਂ ਨੂੰ ਪ੍ਰਵਾਨ ਕਰਿਓ। ਹੋਈਆਂ ਤਮਾਮ ਭੁੱਲਾਂ ਦੀ ਖਿਮਾ, ਸੁਣਾਉਂਦਿਆਂ ਕੋਲੋਂ ਸੁਣਦਿਆਂ ਕੋਲੋਂ ਇੱਕ ਨਹੀਂ, ਅਨੇਕਾਂ ਤਰ੍ਹਾਂ ਦੀਆਂ ਭੁੱਲਾਂ ਹੋਈਆਂ ਹੋਣੀਆਂ। ਗੁਰੂ ਪਿਤਾ ਗੁਰੂ ਮਾਲਕ ਬਖਸ਼ਣਹਾਰ ਨੇ, ਸਤਿਗੁਰਾਂ ਤੋਂ ਬਖਸ਼ਾ ਲੈਣਾ ਜੀ। ਸੋ ਆਓ ਜੀ, ਸਾਰੇ ਜਾਣੇ ਗੱਜ ਕੇ ਆਨੰਦ ਸਾਹਿਬ ਦੇ ਪਾਠ ਨਾਲ ਬੋਲਿਓ ਜੀ। ਵਰਸਦਾ ਕਰਿਓ ਪਵਿੱਤਰ ਜੀ। ਵਾਹਿਗੁਰੂ ਜੀ। ਰਾਮ ਕਲੀ ਮਹੱਲਾ ਤੀਜਾ। ਆਨੰਦ ਏਕ ਓੰਕਾਰ, ਸਤਿਗੁਰ ਪ੍ਰਸਾਦ। ਆਨੰਦ